ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਬੋਲਣਾ, ਸੁਣਨਾ, ਬੋਲਣਾ। ਕਿ ਸਾਨੂੰ ਕਦ ਬੋਲਣਾ ਚਾਹੀਦਾ ਹੈ, ਕਿਸ ਨਾਲ ਬੋਲਣਾ ਚਾਹੀਦਾ ਹੈ ਤੇ ਕੀ ਬੋਲਣਾ ਚਾਹੀਦਾ। ਤੇ ਆਓ ਬੜੇ ਪਿਆਰ ਦੇ ਨਾਲ ਇਸ ਨੂੰ ਸਮਝਣ ਲਈ ਗੁਰੂ ਸਾਹਿਬ ਦਾ ਓਟ ਆਸਰਾ ਲਈਏ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸ਼ਬਦ ਲਿੱਤਾ ਗਿਆ ਹੈ ਜੀ। ਰਾਗ ਗੌਂਡ ਬਾਣੀ ਭਗਤਾਂ ਕੀ, ਕਬੀਰ ਜੀ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਸ਼ਬਦ ਹੈ ਉਹ ਸ਼ੁਰੂ ਹੋ ਰਿਹਾ ਹੈ, ਜਿਹੜੀ ਪਹਿਲੀ ਤੁਕ ਹੈ ਉਹ ਹੈ ਸੰਤ ਮਿਲੈ ਕਿਛ ਸੁਣੀਐ ਕਹੀਐ। ਪਹਿਲਾ ਜਿਹੜਾ ਸ਼ਬਦ ਆਇਆ ਹੈ ਉਹ ਹੈ ਸੰਤ। ਹੁਣ ਜਿਹੜੇ ਸੰਤ ਦੇ ਜਿਹੜੇ, ਕਿਉਂਕਿ ਗੱਲ ਹੁਣ ਕਰਨੀ ਪਏਗੀ ਕਿਉਂਕਿ ਗੱਲ ਸੰਤ ਤੋਂ ਹੀ ਸ਼ੁਰੂ ਹੋਈ ਹੈ, ਕਬੀਰ ਜੀ ਨੇ ਕੀਤੀ ਕਿ ਸੰਤ ਮਿਲੈ। ਜੇ ਕੋਈ ਸੰਤ ਮਿਲ ਜਾਂਦਾ ਹੈ ਤੇ ਫਿਰ ਕੀ ਕਰੋ ਜੀ। ਜੇ ਕੋਈ ਸੰਤ ਮਿਲਦਾ ਤੇ ਕਿਛ ਸੁਣੀਐ ਕਹੀਐ, ਫਿਰ ਸਾਨੂੰ ਸੁਣਨਾ ਚਾਹੀਦਾ ਹੈ ਤੇ ਕੁਛ ਗੱਲਬਾਤ ਕਰਨੀ ਚਾਹੀਦੀ ਹੈ। ਪਰ ਹੁਣ ਇਹ ਸੰਤ ਜਿਹੜਾ ਹੈ, ਬਾਣੀ ਸੰਤ ਕਿਹਨੂੰ ਮੰਨਦੀ ਹੈ? ਬਾਣੀ ਕਹਿੰਦੀ ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ। ਇਹ ਜੋ ਸ਼ਬਦ ਹੈ ਇਹ ਹੈ ਸ਼ਲੋਕ ਮਹਿਲਾ ਪੰਜਵਾਂ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤਾ ਹੈ, ਤਾਂ ਕਿ ਕਿਤੇ ਅਸੀਂ ਭੁਲੇਖੇ ਵਿੱਚ ਨਾ ਰਹਿ ਜਾਈਏ, ਕਿਤੇ ਸਿਰਫ ਪਹਿਰਾਵਾ ਦੇਖ ਕੇ ਨਾ ਸਮਝ ਲਈਏ ਵੀ ਹਾਂ ਜੀ ਇਹ ਤੇ ਸੰਤ ਆ। ਅਗਰ ਕਿਸੇ ਨੇ ਗੋਲ ਦਸਤਾਰ ਬੰਨੀ ਹੈ, ਚਿੱਟੇ ਕੱਪੜੇ ਪਾਏ ਤੇ ਉਹ ਸੰਤ ਨਹੀਂ, ਕਿਉਂਕਿ ਇਹ ਪਹਿਰਾਵਾ ਧਾਰਨਾ ਬੜਾ ਸੁੱਖ ਹੈ। ਪਰ ਜੋ ਕਹਿ ਸਕਦੇ ਹਾਂ ਕਿ ਜੋ ਗੁਰਬਾਣੀ ਅਨੁਸਾਰ, ਗੁਰਬਾਣੀ ਜਿਹਨੂੰ ਸੰਤ ਮੰਨਦੀ ਹੈ, ਉਹਨੂੰ ਕਮਾਣਾ ਕੋਟਨ ਮੈਂ ਕਹੂੰ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਜਿਹੜਾ ਉਹਨੂੰ ਕਮਾ ਸਕਦਾ ਹੈ। ਕਿਉਂਕਿ ਇਹ ਸ਼ਰਤ ਬੜੀ ਜਿਹੜੀ ਸਖਤ ਆ, ਬੜੀ ਕਰੜੀ ਸ਼ਰਤ ਆ, ਹਰ ਕੋਈ ਇਸ ਤੇ ਖਰਾ ਨਹੀਂ ਉਤਰ ਸਕਦਾ। ਕਿਉਂਕਿ ਸਾਫ਼ ਲਿਖਿਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਨ੍ਹਾਂ ਨੂੰ ਸਾਸ ਗਿਰਾਸ ਕਹਿਣ ਤੋਂ ਭਾਵ ਹੈ ਹਰ ਇੱਕ ਦਮ, ਹਰ ਇੱਕ ਪਲ, ਹਰ ਇੱਕ ਘੜੀ ਉਹ ਅਕਾਲ ਪੁਰਖ ਜਿਹੜਾ ਹੈ ਉਹ ਵਿਸਰਦਾ ਨਹੀਂ। ਭਾਵ ਉਹਨਾਂ ਦੀ ਜਿਹੜੀ ਸੁਰਤ ਹੈ ਹਮੇਸ਼ਾ ਤੇ ਹਮੇਸ਼ਾ ਉਸ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ। ਹਰ ਨਾਮਾ ਮਨ ਮੰਤ, ਉਹਨਾਂ ਦੇ ਚਿੱਤ ਚੇਤੇ ਵਿੱਚ ਜਿਹੜਾ ਹੈ ਉਹ ਹਰੀ ਦਾ ਨਾਮ, ਜਿਹੜਾ ਉਸ ਅਕਾਲ ਪੁਰਖ ਦਾ, ਉਸ ਵਾਹਿਗੁਰੂ ਦਾ, ਉਸ ਅੱਲਾ ਦਾ, ਉਸ ਰਾਮ ਦਾ ਨਾਮ ਜਿਹੜਾ ਹੈ ਉਹ ਚਿੱਤ ਚੇਤੇ ਵਿੱਚ ਰਹਿੰਦਾ ਹੈ। ਹਰ ਨਾਮਾ ਮਨ ਮੰਤ ਨਾਲ ਤੇ ਸਮਝਾਇਆ ਕਿ ਉਹ ਸੰਤ ਤੇ ਹਨ, ਤੇ ਨਾਲ ਦੇ ਨਾਲ ਉਹਨਾਂ ਨੂੰ ਧਨ ਵੀ ਗਿਆ। ਕਿਉਂ? ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ, ਜਿਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਧਨ ਨੇ ਤੇ ਨਾਲ ਦੇ ਨਾਲ ਹੀ ਕਹਿ ਦਿੱਤਾ ਉਹੀ ਅਸਲ ਵਿੱਚ ਪੂਰਨ ਸੰਤ ਨੇ। ਕਿਹੜੇ ਜੀ? ਜਿਨ੍ਹਾਂ ਨੂੰ ਸਾਸ ਗਿਰਾਸ ਉਸ ਅਕਾਲ ਪੁਰਖ ਦਾ, ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਨਹੀਂ ਵਿਸਰਦਾ। ਤੇ ਸਾਨੂੰ ਇਹ ਗੱਲ ਤੇ ਹੁਣ ਕਨਫਰਮ ਹੋ ਗਈ ਕਿ ਅਸੀਂ ਸਿਰਫ ਹੁਣ ਪਹਿਰਾਵਾ ਦੇਖ ਕੇ ਨਹੀਂ ਜੱਜ ਕਰਨਾ, ਕਿਉਂਕਿ ਸਾਡੀ ਸਮਰੱਥਾ ਨਹੀਂ, ਸਾਨੂੰ ਸਮਝ ਨਹੀਂ। ਪਰ ਗੁਰਬਾਣੀ ਸਾਨੂੰ ਜੇ ਸਮਝਾਉਂਦੀ ਹੈ, ਜੇ ਕਿਉਂਕਿ ਅਸੀਂ ਗੁਰੂ ਵੱਲ ਮੁੱਖ ਹੋ ਕੇ ਜਦ ਗੱਲ ਕਰਦੇ ਹਾਂ ਨਾ, ਤੇ ਗੁਰੂ ਬਾਣੀ ਵਿੱਚ ਕਹਿੰਦੇ ਨਾ ਕਿ ਸਾਰੇ ਹੀ ਜਵਾਬ ਨੇ, ਸੰਤ ਕੌਣ ਹੈ ਤੇ ਅਸੰਤ ਕੌਣ ਹੈ, ਉਹ ਵੀ ਆਪਾਂ ਅੱਗੇ ਸਮਝਾਂਗੇ, ਹੈ ਨਾ। ਤੇ ਸੰਤ ਮਿਲੇ, ਜੇ ਇਹੋ ਜਿਹਾ ਕੋਈ ਮਹਾਂਪੁਰਸ਼, ਕੋਈ ਕਹਿ ਸਕਦੇ ਆ ਰੰਗੀ ਹੋਈ ਰੂਹ ਅਗਰ ਮਿਲਦੀ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਣੀ ਕਹਿੰਦੀ ਹੈ, ਕਬੀਰ ਜੀ ਦੇ ਕਹਿ ਸਕਦੇ ਹਾਂ ਕਿ ਇਸ ਸ਼ਬਦ ਵਿੱਚ ਸਾਨੂੰ ਸਿੱਖਣ ਨੂੰ ਮਿਲ ਰਿਹਾ ਹੈ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ। ਜਦ ਕੋਈ ਅਜਿਹਾ ਕਹਿ ਸਕਦੇ ਆ ਕਿ ਰੰਗੀ ਹੋਈ ਰੂਹ ਦਾ ਸਾਨੂੰ ਸੰਗ ਕਰਨ ਦਾ ਮੌਕਾ ਮਿਲਦਾ ਹੈ, ਸੰਗਤ ਮਿਲਦੀ ਹੈ, ਤੇ ਸਾਨੂੰ ਜ਼ਰੂਰ ਕੁਝ ਸੁਣਨਾ ਚਾਹੀਦਾ ਉਹਨਾਂ ਤੋਂ, ਕੁਝ ਚੰਗੀਆਂ ਗੱਲਾਂ ਸੁਣਨੀਆਂ ਚਾਹੀਦੀਆਂ, ਤੇ ਕੁਝ ਆਪਣੀਆਂ ਜਿਹੜੀਆਂ ਕਹਿ ਸਕਦੇ ਆ ਮਨ ਦੇ ਵਲਵਲੇ ਆ, ਹੈ ਨਾ, ਆਪਣੇ ਜਿਹੜੇ ਵਿਚਾਰ ਆ ਉਹ ਵੀ ਅੱਗੇ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਜੀ, ਅਸੀਂ ਇੱਥੇ ਬੜੀ ਵਧੀਆ ਗੱਲ ਕੀਤੀ ਗਈ ਹੈ ਕਿ ਕੁਝ ਸੁਣੀਏ ਕਹੀਏ, ਨਾਲ ਕਹੀਏ ਵੀ ਜ਼ਰੂਰ। ਕਹਿਣ ਤੋਂ ਭਾਵ ਆਪਣੀ ਗੱਲ ਵੀ ਰੱਖੀਏ। ਉਹ ਕਿਉਂ ਰੱਖੀਏ? ਕਿਉਂਕਿ ਕਈ ਵਾਰ ਮਨ ਵਿੱਚ ਨਾ ਅਸੀਂ ਗੱਲ ਜ਼ਿਆਦਾਤਰ ਖੋਲਦੇ ਨਹੀਂ ਕਿਸੇ ਨਾਲ,
ਠੀਕ ਹੈ, ਬਾਣੀ ਕਹਿੰਦੀ ਕਿ ਹਰ ਕਿਸੇ ਨਾਲ ਖੋਲਣੀ ਵੀ ਨਹੀਂ ਚਾਹੀਦੀ ਬਾੜ, ਪਰ ਜਦ ਕੋਈ ਇਹ ਜਿਹਾ ਮਨੁੱਖ ਮਿਲਦਾ ਹੈ ਜੋ ਸਾਡੀ ਕਹਿ ਸਕਦੇ ਹਾਂ ਕਿ ਕਿਆ ਕਹਿੰਦੇ ਨਾ, ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਅਜਿਹਾ ਕੋਈ ਸੰਗ ਸਾਨੂੰ ਮਿਲਦਾ ਹੈ, ਉੱਥੇ ਗੱਲ ਰੱਖਣੀ ਜ਼ਰੂਰੀ ਚਾਹੀਦੀ। ਕਿਉਂਕਿ ਜਦ ਅਸੀਂ ਗੱਲ ਆਪਣੇ ਮਨ ਦੀ ਬਾਹਰ ਕੱਢਦੇ ਹਾਂ ਨਾ, ਤਾਂ ਸਾਨੂੰ ਘੱਟੋ ਘੱਟ ਪਤਾ ਲੱਗਦਾ ਹੈ ਉਹਨਾਂ ਦੇ ਜ਼ਰੀਏ ਕਿ ਸੱਚ ਵਿੱਚ ਕਿ ਜੋ ਅਸੀਂ ਆਪਣੇ ਮਨ ਵਿੱਚ ਗੱਲ ਜੋ ਇੱਕ ਧਾਰੀ ਹੋਈ ਸੀ ਕਿ ਉਹ ਸੱਚ ਵਿੱਚ ਸਹੀ ਸੀ ਜਾਂ ਗਲਤ, ਘੱਟੋ ਘੱਟ ਪਤਾ ਤਾਂ ਲੱਗਿਆ। ਅਗਰ ਅਸੀਂ ਉਹਨੂੰ ਮਨ ਵਿੱਚ ਹੀ ਰੱਖ ਲਿੱਤਾ, ਅਸੀਂ ਕਦੀ ਕਿਸੇ ਨਾਲ ਸਾਂਝ ਹੀ ਨਹੀਂ ਕਰਦੇ, ਕਿਸੇ ਨਾਲ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਕਈ ਵਾਰ ਮਨ ਹੀ ਮਨ ਐਸੀ ਉਹ ਗੱਲਾਂ ਅਸੀਂ ਖੁਦ ਹੀ ਕਹਿ ਸਕਦੇ ਹਾਂ ਕਿ ਬਣਾਵਟੀ ਗੱਲਾਂ ਸਾਡੇ ਅੰਦਰ ਘਰ ਕਰ ਜਾਂਦੀਆਂ ਹਨ, ਜੋ ਕਈ ਵਾਰ ਗੁਰਬਾਣੀ ਅਨੁਸਾਰ ਗੁਰੂ ਅਨੁਸਾਰ ਢੁਕਵੀਆਂ ਨਹੀਂ ਹੁੰਦੀਆਂ। ਤੇ ਬਾਅਦ 'ਚ ਫਿਰ ਸਾਨੂੰ ਜਦ ਕਈ ਸਮੇਂ ਬਾਅਦ ਜਦ ਸਮਝ ਆਉਂਦੀ ਹੈ, ਉਦੋਂ ਫਿਰ ਸਮਾਂ ਹੱਥੋਂ ਨਿਕਲ ਜਾਂਦਾ ਹੈ, ਫਿਰ ਅਸੀਂ ਪਛਤਾਉਂਦੇ ਹਾਂ, ਹੈ ਨਾ। ਜਦ ਕਿਉਂਕਿ ਸਮਾਂ ਨਿਕਲ ਗਿਆ, ਫਿਰ ਸਾਨੂੰ ਅਫਸੋਸ ਹੁੰਦਾ ਕਿ ਸ਼ਾਇਦ ਆਪਾਂ ਇਸ ਨੂੰ ਪਹਿਲੇ ਕਿਸੇ ਨਾਲ ਵਿਚਾਰ ਲਿਆ ਹੁੰਦਾ। ਕਿਉਂਕਿ ਜਿਨ੍ਹਾਂ ਨੇ ਆਪ ਕਮਾਇਆ, ਜਿਹੜੇ ਆਪ ਪ੍ਰੈਕਟੀਕਲ ਜੀ ਰਹੇ ਨੇ ਜ਼ਿੰਦਗੀ ਨੂੰ, ਉਹ ਸਾਨੂੰ ਚੰਗੇ ਰਾਹ 'ਤੇ ਪਾਉਣ ਦਾ ਯਤਨ ਕਰਦੇ ਆ। ਤੇ ਹੁਣ ਹੋ ਕੀ ਰਿਹਾ ਕਿ ਨਾਮ ਦੇ ਅੱਗੇ ਲੱਗਿਆ ਤੇ ਸੰਤ ਆ, ਨਾਮ ਦੇ ਅੱਗੇ ਲੱਗਿਆ ਤੇ ਬਾਬਾ ਹੈ ਨਾ, ਬੜੇ ਵੱਡੇ ਵੱਡੇ ਆ, ਹੈ ਨਾ। ਤੇ ਜਿਹੜੀ ਅਗਰ ਅਸੀਂ ਭਾਈ ਗੁਰਦਾਸ ਜੀ ਵੱਲ ਝਾਤ ਮਾਰੀ, ਉਹ ਕਹਿੰਦੇ ਇੱਕ ਬਾਬਾ ਅਕਾਲ ਰੂਪ, ਜਿਹੜਾ ਬਾਬਾ ਨੇ ਇੱਕੋ ਹੀ ਹੈ ਬਸ, ਬਾਕੀ ਸਭ ਖੇੜੇ ਨੇ। ਉਹਨਾਂ ਨੂੰ ਹੁਣ ਜੋ ਮਰਜ਼ੀ ਤੁਸੀਂ ਕਹਿ ਲਓ, ਪਰ ਬਾਬਾ ਜੇ ਮੰਨਣਾ ਹੈ ਉਹਨੂੰ ਮੰਨੋ। ਇੱਕ ਬਾਬਾ ਅਕਾਲ ਰੂਪ, ਆਪਾਂ ਇੱਕ ਤਰਫ ਕਹਿੰਦੇ ਆ ਬਾਬਾ ਨਾਨਕ, ਤੇ ਇੱਕ ਤਰਫ ਆਪਾਂ ਕਹਿ ਦਿੰਦੇ ਆ ਬਾਬਾ ਡੈਸ਼, ਬਾਬਾ ਐ, ਬਾਬਾ ਉਹ। ਤੇ ਸੋਚੋ ਆਪਾਂ ਕਿੰਨਾ ਵੱਡਾ ਦਰਜਾ ਦੇ ਰਹੇ ਹਾਂ, ਹੈ ਨਾ। ਅਸੀਂ ਬਾਬਾ ਲਗਾਉਂਦੇ ਆ। ਇੱਕ ਹੋਰ ਵੀ ਤਰੀਕਾ ਬਾਬਾ ਕਹਿਣ ਦਾ ਕਹਿ ਲਓ, ਜਿਹੜੇ ਸਾਡੇ ਵੱਡੇ ਬਜ਼ੁਰਗ ਹੋਏ ਨਾ, ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਬਾ ਬੁੱਢਾ ਜੀ, ਹੈ ਨਾ, ਉਹਨਾਂ ਨੂੰ ਆਪਾਂ ਇੱਕ ਕਹਿ ਸਕਦੇ ਹਾਂ ਵੱਡੇ, ਜੋ ਸਾਡੇ ਹੁੰਦੇ ਨਾ ਬਜ਼ੁਰਗ, ਉਹ ਉਹਦੇ ਵਜੋਂ ਵੱਡੇ ਨੇ, ਹੈ ਨਾ। ਅਧਿਆਤਮਿਕ ਤੌਰ ਤੇ ਹੈ ਹੀ ਨੇ ਵੱਡੇ, ਪਰ ਜਿਵੇਂ ਕਹਿ ਸਕਦੇ ਹਾਂ ਕਿ ਜੋ ਵੱਡੇ ਬਜ਼ੁਰਗ ਆ ਉਹਨਾਂ ਨੂੰ ਵੀ ਬਾਬਾ ਸ਼ਬਦ ਕਹਿ ਕੇ ਵਰਤਿਆ ਜਾਂਦਾ ਹੈ। ਇਸ ਤਰੀਕੇ ਨਾਲ ਵਰਤਣਾ ਗਲਤ ਨਹੀਂ ਹੈ। ਕੋਈ ਅਗਰ ਵੱਡਾ ਬਜ਼ੁਰਗ ਹੈ ਉਸ ਨੂੰ ਬਾਬਾ ਕਹਿਣਾ ਕੋਈ ਮਾੜੀ ਗੱਲ ਨਹੀਂ, ਪਰ ਜੇ ਅਸੀਂ ਉਹਨੂੰ ਇਸ ਤਰੀਕੇ ਨਾਲ, ਇਸ ਜ਼ਰੀਏ ਨਾਲ ਕਹਿ ਰਹੇ ਹਾਂ ਕਿ ਬਾਬਾ, ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਬਾਬਾ ਨਾਨਕ ਅਸੀਂ ਕਹਿੰਦੇ ਹਾਂ, ਉਹਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ। ਇਸ ਲਈ ਉਸ ਆਧਾਰ ਤੇ ਜਿਹੜਾ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਆਪਣਾ ਦਾਵਾ ਕਰਦਾ ਹੈ, ਠੋਕਦਾ ਕਿ ਆਪਣੇ ਨਾਮ ਦੇ ਅੱਗੇ ਆਪ ਹੀ ਬਾਬੇ ਲਗਾ ਰਹੇ, ਸੰਤ ਲਗਾ ਰਹੇ, ਉਹਨਾਂ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਕਿਉਂਕਿ ਜਿਹੜਾ ਹੋਏਗਾ ਨਾ ਕਮਾਈ ਵਾਲਾ, ਕਰਨੀ ਵਾਲਾ, ਕਹਿੰਦੇ ਆ ਨਾ ਕਿ ਜਿਹੜਾ ਫੁੱਲ ਹੁੰਦਾ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਹਾਂ ਜੀ ਮੇਰੇ ਵਿੱਚੋਂ ਖੁਸ਼ਬੂ ਆਏਗੀ, ਮੈਨੂੰ ਸੁੰਘੋ ਆ ਕਿ ਨਹੀਂ। ਜਿਹੜਾ ਖੁਸ਼ਬੂ ਦਿੰਦਾ ਹੈ ਨਾ ਫੁੱਲ, ਉਹਦੇ ਕੋਲ ਆਪ ਹੀ ਕਹਿੰਦੇ ਆ ਨਾ, ਜਿਹੜਾ ਚਾਹਵਾਨ ਹੁੰਦਾ ਹੈ ਉਹ ਆਪਣੇ ਆਪ ਹੀ ਖੁਸ਼ਬੂ ਲੈ ਜਾਂਦਾ ਹੈ, ਤੇ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਮੈਂ ਫੁੱਲ ਹਾਂ, ਕਿਉਂਕਿ ਫੁੱਲ ਆਪਣੀ ਖੁਸ਼ਬੂ ਦੇ ਨਾਲ ਹੀ ਆਪਣੀ ਪਰਿਭਾਸ਼ਾ ਆਪ ਦੱਸ ਦਿੰਦਾ। ਤੇ ਇਸੇ ਤਰੀਕੇ ਨਾਲ ਜਿਹੜਾ ਕਮਾਈ ਵਾਲਾ ਜਿਹੜਾ ਹੋਏਗਾ, ਜਿਹੜੀ ਨੇਕ ਰੂਹ ਹੋਏਗੀ, ਉਹਦੇ ਤੋਂ ਆਪੇ ਖੁਸ਼ਬੂ ਆਏਗੀ। ਅਸੀਂ ਆਪੇ ਸਾਡੇ ਮੁਖ ਵਿੱਚੋਂ, ਸਾਡੇ ਰਸਨਾ ਵਿੱਚੋਂ ਉਹਦੇ ਲਈ ਸਤਿਕਾਰਯੋਗ ਸ਼ਬਦ ਨਿਕਲਣਗੇ ਹੀ ਨਿਕਲਣਗੇ, ਹੈ ਨਾ। ਪਰ ਅਸੀਂ ਕਹਿੰਦੇ ਨਾ ਸਾਡੀ ਸਮਰੱਥਾ ਜਿਹੜੀ ਹੈ, ਅਸੀਂ ਸਮਰੱਥ ਨਹੀਂ ਆ ਅਜਿਹੀ ਪਛਾਣ ਕਰਨ ਦੀ, ਕਿਉਂਕਿ ਬਾਣੀ ਕਹਿੰਦੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਹੈ ਨਾ। ਅਜਿਹੇ ਵੱਡਿਆਂ ਮਹਾਂਪੁਰਖਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੇ ਉਹੀ ਜਾਣਦੇ ਆ ਜਿਹੜੇ ਆਪ ਉਸ ਅਹੁਦੇ ਤੇ, ਉਸ ਪੱਧਰ ਤੇ ਹੋਣ। ਪਰ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਰੀਏ, ਉਹਨਾਂ ਦੀ ਬਾਣੀ ਦੇ ਜ਼ਰੀਏ ਅਸੀਂ ਇਹ ਸਮਝ ਜ਼ਰੂਰ ਸਕਦੇ ਹਾਂ ਕਿ ਆਖਿਰ ਉਹ ਹੁੰਦੇ ਕੌਣ ਨੇ, ਉਹ ਕਿਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ। ਜਿਵੇਂ ਕਿ ਅਸੀਂ ਉਹਨੇ ਪੜ੍ਹਿਆ ਨਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਤਨ ਸੇ ਨਾਨਕਾ ਪੂਰਨ ਸੋਈ ਸੰਤ। ਤੇ ਇਹ ਅਸੀਂ ਪਰਿਭਾਸ਼ਾ ਨੂੰ ਜ਼ਰੂਰ ਅਸੀਂ ਆਪਣੇ ਚਿੱਤੇ ਵਿੱਚ ਰੱਖਣਾ ਜਦ ਕਦੇ ਵੀ ਅਜਿਹੀ ਸੰਗਤ ਦਾ ਮੌਕਾ ਮਿਲੇ। ਸਿਰਫ ਤੇ ਸਿਰਫ ਚਿੱਟੇ ਕੱਪੜੇ ਜਾਂ ਗੋਲ ਦਸਤਾਰਾ ਅਸੀਂ ਦੇਖ ਕੇ ਕਦੇ ਵੀ ਕਹਿ ਸਕਦੇ ਹਾਂ ਨਾ ਕਿ ਪ੍ਰਭਾਵਿਤ ਨਹੀਂ ਹੋਣਾ, ਕਿਉਂਕਿ ਗੱਲ ਬਾਣੀ ਜਿਹੜੀ ਹੈ ਨਾ, ਉਹ ਸਿਰਫ ਤੇ ਸਿਰਫ ਕਿਰਦਾਰ ਦੀ ਕਰਦੀ। ਸਾਫ਼ ਕਹਿੰਦੀ ਬਾਹਰ ਭੇਖ ਨਾ ਕਾਹੂ ਭੀਨ, ਜਿਹੜੇ ਸਿਰਫ ਬਾਰੀ ਪਹਿਰਾਵੇ ਦੇ ਨਾਲ ਗੁਰੂ ਸਾਹਿਬ ਨੂੰ ਕੋਈ ਪਤੀਜ ਨਹੀਂ ਸਕਦਾ, ਕੋਈ ਰਿਜਾ ਨਹੀਂ ਸਕਦਾ। ਇਹ ਸਿਰਫ ਤੇ ਸਿਰਫ ਸਾਡੀ ਗਲਤ ਫਹਿਮੀਆਂ ਹੁੰਦੀਆਂ ਨੇ। ਤੇ ਅਜਿਹੇ ਸੰਤ, ਅਜਿਹੇ ਮਹਾਂਪੁਰਖਾਂ ਨਾਲ ਬਾਣੀ ਕਹਿੰਦੀ ਸੰਤ ਮਿਲੈ ਕਿਛ ਸੁਣੀਐ ਕਹੀਐ। ਅਜਿਹੇ ਜਦ ਸਾਨੂੰ ਰੰਗੇ ਹੋਏ ਮਹਾਂਪੁਰਖ ਸਤਸੰਗੀ ਮਿਲਦੇ ਹਨ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਕੋਲ ਬੈਠ ਕੇ ਉਹਨਾਂ ਦੀਆਂ ਚੰਗੀਆਂ ਗੱਲਾਂ, ਚੰਗੇ ਗੁਣ ਜਿਹੜੇ ਆ ਉਹਨਾਂ ਬਾਰੇ ਸੁਣਨਾ ਚਾਹੀਦਾ ਹੈ, ਤੇ ਨਾਲ ਦੇ ਨਾਲ ਆਪਣੇ ਦਿਲ ਦੀ ਜਿਹੜੀ ਸਾਂਝ ਹੈ ਉਹ ਵੀ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਕਿ ਸਾਨੂੰ ਸਮਝ ਆਏ
ਕਿ ਅਸਲ ਵਿੱਚ ਜੋ ਅਸੀਂ ਸੋਚ ਰਹੇ ਹਾਂ ਕਿ ਸੱਚ ਵਿੱਚ ਉਹ ਹੈ ਜਾਂ ਸਿਰਫ ਸਾਨੂੰ ਇੱਕ ਗਲਤ ਫਹਿਮੀ ਹੈ। ਉਹ ਵੀ ਤੇ ਦੂਰ ਤਾਂ ਹੀ ਹੋਏਗੀ ਨਾ ਜੇ ਅਸੀਂ ਆਪਣੇ ਮਨ ਦੀ ਗੱਲ ਰੱਖਾਂਗੇ। ਅਗਰ ਮਨ ਦੀ ਸਿਰਫ ਮਨ ਵਿੱਚ ਹੀ ਰੱਖੀ ਜਾਵਾਂਗੇ ਤੇ ਫਿਰ ਤੇ ਕਦੀ ਸਾਨੂੰ ਸਮਝ ਆਏਗੀ ਨਹੀਂ, ਹੈ ਨਾ। ਕਈ ਵਾਰ ਆਪਾਂ ਗਲਤ ਫਹਿਮੀ ਜੀ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਤੇ ਨਾਲ ਹੀ ਕਹਿ ਦਿੱਤਾ ਮਿਲੇ ਅਸੰਤ। ਜੇ ਕੋਈ ਅਸੰਤ ਮਿਲ ਜਾਏ, ਹੁਣ ਸੰਤ ਦਾ ਉਲਟਾ ਕਹਿ ਲਓ ਅਸੰਤ ਹੋ ਗਿਆ, ਅਸੀਂ ਇਹਦਾ ਭਾਵ ਅਰਥ ਕਹਿ ਸਕਦੇ ਹਾਂ ਸ਼ੈਤਾਨ ਹੋ ਗਿਆ, ਸ਼ੈਤਾਨ ਬਿਰਤੀ ਵਾਲਾ। ਕਿਉਂਕਿ ਅਜਿਹੇ ਵੀ ਨੇ ਜਿਹੜੇ ਸਾਨੂੰ ਦਿਖਾਉਂਦੇ ਤੇ ਨੇ ਬਾਹਰੋਂ ਕਿ ਅਸੀਂ ਬਿਲਕੁਲ ਜੀ ਗੁਰਮੁਖ ਹਾਂ, ਬੜਾ ਸਾਡਾ ਨਾਮ ਬਾਣੀ ਹੈ, ਤੇ ਹਲਕਾ ਜਿਹਾ ਕੋਈ ਗੱਲ ਕੁਛ ਹੋ ਜਾਵੇ, ਕੋਈ ਉਹਨਾਂ ਦਾ ਮਾਨ ਸਨਮਾਨ ਜਿਹੜਾ ਕਹਿ ਲਓ ਕਿ ਹਲਕਾ ਜਿਹਾ ਕਿੱਥੋਂ ਦੀ ਘੱਟ ਹੋ ਜਾਏ ਨਾ, ਫਿਰ ਪਤਾ ਲੱਗਦਾ ਹੈ ਕਿ ਉਹ ਕਿੰਨਾ ਕੁ ਕਹਿ ਸਕਦੇ ਕਿ ਚੜ੍ਹਦੀ ਕਲਾ ਵਿੱਚ ਹੈ ਜਾਂ ਨਹੀਂ ਹੈ। ਉਸੇ ਟਾਈਮ ਇਹ ਢਹਿ ਢੇਰੀ ਹੋ ਜਾਂਦਾ, ਕਿਉਂਕਿ ਹਉਮੈ ਨੂੰ ਬੜੀ ਵੱਡੀ ਚੋਟ ਪਹੁੰਚਦੀ ਹੈ ਜਦ ਕਿੱਥੇ ਉਹਨਾਂ ਦੀ ਕਹਿ ਸਕਦੇ ਹਾਂ ਬੇਇੱਜ਼ਤ ਹੋ ਜਾਣ। ਕਿਉਂਕਿ ਜੋ ਅਸਲ ਵਿੱਚ ਕਮਾਈ ਵਾਲਾ ਉਹਨੂੰ ਕੋਈ ਫਰਕ ਨਹੀਂ ਪਏਗਾ, ਉਹ ਕਹੇਗਾ ਤੈਸਾ ਹਰਖ ਤੈਸਾ ਉਸ ਸੋਗ, ਉਹ ਸੁੱਖ ਹੋਰ ਦੁੱਖ ਨੂੰ ਹਮੇਸ਼ਾ ਇੱਕੋ ਜਿਹਾ ਕਰਕੇ ਮੰਨਦੇ ਨੇ। ਕਿਉਂ? ਸਦਾ ਆਨੰਦ, ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ। ਤੇ ਨਹੀਂ ਵਿਯੋਗ, ਤੇ ਨਾ ਹੀ ਵਿਯੋਗ, ਮਾਫੀ ਚਾਹਨਾ ਅਗਰ ਤੁਕ ਗਲਤ ਹੋ ਗਈ ਹੋਏ ਤੇ, ਪਰ ਜਿਹੜੇ ਉਹ ਹੁੰਦੇ ਆ ਆਪਣਾ ਹਮੇਸ਼ਾ ਆਨੰਦ ਵਿੱਚ ਜ਼ਿੰਦਗੀ ਬਤੀਤ ਕਰਦੇ ਆ। ਤੇ ਉਹਨਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਕਹਿ ਸਕਦੇ ਹਾਂ ਅਵਸਥਾ ਹੁੰਦੀ ਹੈ, ਨਾ ਉਹਨਾਂ ਨੂੰ ਕਹਿੰਦੇ ਦੁੱਖ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ, ਹੋਕੇ ਮਾਰਦੇ ਨੇ ਦੁੱਖ ਵਿੱਚ, ਜਾਂ ਫਿਰ ਸੁੱਖ ਵਿੱਚ ਕਹਿ ਸਕਦੇ ਹਾਂ ਕਿ ਕੋਈ ਆਪਣਾ ਨੱਚਣ ਕੁੱਦਣ ਨਹੀਂ ਲੱਗ ਪਾਉਂਦੇ। ਉਹ ਇੱਕੋ ਜਿਹੇ ਰਹਿੰਦੇ ਆ ਹਮੇਸ਼ਾ, ਹੈ ਨਾ। ਸਦਾ ਆਨੰਦਿਤ ਹੈ ਨਾ ਹੀ ਵਿਯੋਗ। ਉਹਨਾਂ ਵਿੱਚ ਕਦੇ ਵੀ ਕਹਿ ਸਕਦੇ ਆ ਕਿ ਸ਼ਿਕਵੇ ਵਾਲੀ ਗੱਲ ਨਹੀਂ ਹੁੰਦੀ, ਹਮੇਸ਼ਾ ਸ਼ੁਕਰਾਨੇ ਵਾਲੀ ਗੱਲ ਹੁੰਦੀ ਹੈ। ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਆ। ਤੇ ਇਸ ਤੋਂ ਜਿਹੜੇ ਅਪੋਜ਼ਿਟ ਆ ਮਿਲੇ ਅਸੰਤ, ਜਿਹੜੇ ਅਜਿਹੇ ਹੈਗੇ ਆ ਜਿਹੜੇ ਮਨਮੁਖੀ ਆ, ਬਸ ਇਹ ਵੀ ਕਹਿ ਸਕਦੇ ਆ ਕਿ ਮਨਮੁਖੀ ਆ, ਸ਼ੈਤਾਨ ਬਿਰਤੀ ਵਾਲੇ, ਜਿਹੜੇ ਸਾਨੂੰ ਗੁਰੂ ਤੋਂ ਤੋੜਦੇ ਆ, ਹੈ ਨਾ, ਜਿਹੜੇ ਸਾਨੂੰ ਕੁਰਾਹੇ ਪਾਉਂਦੇ ਆ, ਗੰਦੇ ਰਾਹ ਪਾਉਂਦੇ ਆ। ਮਿਲੇ ਅਸੰਤ, ਜੇ ਅਜਿਹੇ ਕੋਈ ਮਨੁੱਖ ਮਿਲ ਜਾਣ ਨਾ, ਫਿਰ ਕਹਿੰਦੀ ਬਾਣੀ ਮਸਟ ਕਰ ਰਹੀ ਹੈ। ਜੇ ਅਜਿਹਾ ਕੋਈ ਤੈਨੂੰ ਮਿਲ ਜਾਏ, ਮਿਲੇ ਅਸੰਤ ਮਸਟ ਕਰ ਰਹੀ ਹੈ। ਜਦ ਤੈਨੂੰ ਕੋਈ ਅਜਿਹਾ ਸੰਗੀ ਮਿਲ ਜਾਏ ਜਿਹੜਾ ਤੈਨੂੰ ਲੱਗਦਾ ਹੈ ਇਹ ਹੁਣ ਗੱਲ ਇਹਨੇ ਪੁੱਠੀ ਕਰਨੀ ਹੈ, ਸਮਾਂ ਬਰਬਾਦ ਕਰਨਾ ਹੈ, ਤੇ ਚੰਗੀ ਗੱਲ ਇਹੀ ਹੈ ਕਿ ਆਪਾਂ ਜਿੰਨੀ ਜਲਦੀ ਹੋ ਸਕੀਏ ਗੱਲ ਨੂੰ ਸੰਕੋਚੀਏ ਤੇ ਆਪਣਾ ਘਰ ਨੂੰ ਤੁਰਦੇ ਬਣੀਏ। ਕਹਿਣ ਤੋਂ ਭਾਵ ਚੁੱਪ ਰਹੀਏ, ਉੱਥੇ ਆਪਾਂ ਗੱਲ ਕਰਨੀ ਨਹੀਂ, ਕਿਉਂਕਿ ਉਹ ਕੀ ਹੈ ਜੀ, ਸਮੇਂ ਦੀ ਬਰਬਾਦੀ ਹੈ। ਤੇ ਸਮਾਂ ਜਿਹੜਾ ਹੈ, ਬਾਣੀ ਸਾਨੂੰ ਕਿੰਨੀ ਵਾਰ ਸਮਝਾਉਂਦੀ ਕਿ ਸਮਾਂ ਹੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕੋਈ ਪਤਾ ਨਹੀਂ ਕਿ ਅਗਲਾ ਜਿਹੜਾ ਸਾਹ ਹੈ ਉਹ ਆਣਾ ਹੈ ਕਿ ਨਹੀਂ ਆਣਾ, ਇਹ ਕਿਸੇ ਨੂੰ ਨਹੀਂ ਪਤਾ। ਤੇ ਜਿੰਨੇ ਕੋ ਸਾਹ ਮਿਲੇ ਆ, ਗੁਰੂ ਸਾਹਿਬ ਬਸ ਆਪਣੇ ਲੇਖੇ ਕਹਿੰਦੇ ਆ ਕਿ ਲਾ ਲੈਣ। ਸਾਨੂੰ ਨਹੀਂ ਸਮਝ ਬਾਬਾ ਜੀ, ਅਸੀਂ ਮੂਰਖ ਹਾਂ। ਅਸੀਂ ਫਿਰ ਅਜਿਹੀ ਸੰਗਤ ਵਿੱਚ ਜਾ ਕੇ ਪੈ ਜਾਂਦੇ ਹਾਂ ਜੋ ਸਾਨੂੰ ਫਿਰ ਕੁਰਾਹੇ ਪਾ ਦਿੰਦੀ ਹੈ, ਫਿਰ ਦੂਜੀਆਂ ਭੈੜੀਆਂ ਮੱਤਾਂ ਸਾਨੂੰ ਦੇ ਦਿੰਦੀ ਹੈ, ਫਿਰ ਆਪਾਂ ਟੁੱਟ ਜਾਂਦੇ ਹਾਂ। ਹੁਣ ਇਹ ਕੀ ਹੈ, ਸਾਨੂੰ ਸਮਝਣਾ ਪਏਗਾ ਕਿ ਮੰਨ ਲਓ, ਕਿਉਂਕਿ ਕਈ ਵਾਰ ਇਹ ਵੀ ਹੁੰਦਾ ਕਿ ਇੱਕੋ ਬੰਦੇ ਵਿੱਚ ਸਾਨੂੰ ਦੋ ਕਿਰਦਾਰ ਵੀ ਨਜ਼ਰ ਆਉਂਦੇ ਹੈ ਨਾ। ਤੇ ਫਿਰ ਉੱਥੇ ਗੁਰਬਾਣੀ ਕਹਿੰਦੀ ਸਾਂਝ ਕਰੀਜੈ ਗੁਣ ਹੈ ਕੇਰੀ। ਉੱਥੇ ਕੀ ਕਰਨਾ ਜੀ, ਸਾਨੂੰ ਗੁਣਾਂ ਦੀ ਸਾਂਝ ਕਰ ਲੈਣੀ ਹੈ ਬਸ। ਉਸ ਤੋਂ ਜਿਹੜੇ ਉਹਦੇ ਅਵਗੁਣ ਨੇ ਉਹਦੇ ਬਾਰੇ ਅਸੀਂ ਵਿਚਾਰ ਨਹੀਂ ਕਰਨੀ, ਉਹਦੇ ਬਾਰੇ ਅਸੀਂ ਨਹੀਂ ਉਹਨੂੰ ਚਿਤਾਰਨਾ। ਠੀਕ ਆ, ਕਿਉਂਕਿ ਇਹ ਜਿਹੜੀ ਕਿਉਂਕਿ ਗੱਲ ਕੀ ਹੈ, ਇਹ ਗੱਲ ਤੇ ਸਿਰਫ ਮਾਈਂਡ ਸੈਟਅਪ ਦੀ ਹੈ ਨਾ, ਮਾਨਸਿਕ ਅਵਸਥਾ ਦੀ ਗੱਲ ਹੈ। ਜਿਨੇ ਇੱਥੇ ਕਿਉਂਕਿ ਇਹ ਜਿਹੜਾ ਬਾਹਰ ਹੀ ਪਹਿਰਾਵਾ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਕਿ ਉਹਨੇ ਕੀ ਪਾਇਆ ਕੀ ਨਹੀਂ ਪਾਇਆ, ਹੈ ਨਾ। ਤੇ ਲੇਕਿਨ ਇੱਥੇ ਦੀ ਗੱਲ ਹੈ, ਹੁਣ ਕਈ ਵਾਰ ਕੀ ਹੁੰਦਾ ਜੀ ਕਿ ਕਈ ਵਾਰ ਕੋਈ ਇੱਕੋ ਹੀ ਬੰਦਾ ਸਾਨੂੰ ਕਹਿ ਲਓ ਕਿ ਕੋਈ ਗੁਰਬਾਣੀ ਦੇ ਅਰਥ ਸਮਝਾ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਹੈ ਨਾ, ਕੋਈ ਸ਼ਬਦ ਪੜ੍ਹ ਰਿਹਾ ਜਾਂ ਕੋਈ ਵਿਚਾਰ ਕਰ ਰਿਹਾ, ਕੋਈ ਕਥਾ ਕਰ ਰਿਹਾ, ਸਾਨੂੰ ਚੰਗਾ ਲੱਗਿਆ, ਅਸੀਂ ਬੜੀ ਜਲਦੀ, ਪਰ ਹੋਇਆ ਕਿ ਅਸੀਂ ਹੁਣ ਉਹਦੀਆਂ ਸਾਰੀਆਂ ਗੱਲਾਂ ਸੁਣਨ ਲੱਗ ਗਏ। ਹੁਣ ਉਹ ਕੋਈ ਸਮਾਜਿਕ ਮੁੱਦਾ ਚੱਕਦੇ, ਅਸੀਂ ਤਾਂ ਵੀ ਬੜੇ ਧਿਆਨ ਨਾਲ, ਨਹੀਂ ਜੀ ਇਹ ਤੇ ਬਾਬਾ ਜੀ ਕਹਿ ਰਹੇ ਨੇ ਜੀ, ਇਹ ਤੇ ਸਾਡੇ ਸੰਤ ਕਹਿ ਰਹੇ ਨੇ ਜੀ, ਨਹੀਂ ਜੀ ਨਹੀਂ। ਕਿਉਂਕਿ ਉਹਨੇ ਜਿਹੜੀ ਤੁਹਾਨੂੰ ਚੰਗੀ ਸਿੱਖਿਆ ਦਿੱਤੀ ਨਾ ਗੁਰਬਾਣੀ ਦੀ, ਅਰਥ ਕਰਾਏ, ਅਰਥ ਸਮਝਾਏ, ਸਾਡੇ ਜੀਵਨ ਨੂੰ ਅਧਿਆਤਮਕ ਤੌਰ ਤੇ ਉੱਚਾ ਚੱਕਣ ਵਿੱਚ ਸਾਡੀ ਮਦਦ ਕੀਤੀ, ਉੱਥੇ ਤੱਕ ਉਹ ਸਤਿਕਾਰਯੋਗ ਆ। ਉਹਦਾ ਜਿਹੜਾ ਬੰਦਾ ਸਨਮਾਨ ਉਹਨੂੰ ਦਿਓ। ਪਰ ਜਿੱਥੇ ਤੁਹਾਨੂੰ ਲੱਗਦਾ ਕਿ ਯਾਰ ਹੁਣ ਇਹ ਤੇ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ, ਇਹਦੇ ਨਾਲ ਹੁਣ ਕਹਿ ਲਓ ਕਿ ਅਗਰ ਵਿਚਾਰ ਕਰਦੇ ਆ ਇਸ ਬਾਰੇ ਦੀ ਗੱਲ ਸੁਣਦੇ ਆ ਤਾਂ ਵੀ ਸਮਾਂ ਬਰਬਾਦ ਹੋਣਾ ਹੈ, ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਆਪਣੇ ਘਰ ਨੂੰ ਤੁਰਦਿਆਂ ਬਣਨਾ ਚਾਹੀਦਾ ਹੈ। ਕਹਿਣ ਤੋਂ ਭਾਵ ਹੈ ਉਸ ਨੂੰ ਸਾਨੂੰ ਅਣਦੇਖਾ ਕਰਨਾ ਪਏਗਾ,
ਸਾਨੂੰ ਜ਼ਰੂਰੀ ਨਹੀਂ ਕਿ ਹਰ ਇੱਕ ਗੱਲ ਸੁਣਨੀ ਹੈ ਨਾ, ਕਿਉਂਕਿ ਤਾਂ ਹੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਹਨ, ਕਿਉਂਕਿ ਇਹ ਸਾਨੂੰ ਹਰ ਇੱਕ ਚੀਜ਼ ਬੜੇ ਪਿਆਰ ਨਾਲ ਬੜੇ ਚੰਗੇ ਤਰੀਕੇ ਨਾਲ ਸਮਝਾ ਸਕਦੇ ਹਨ, ਹੋਰ ਕੋਈ ਨਹੀਂ ਸਮਝਾ ਸਕਦਾ। ਦੇਖੋ ਕਿੰਨੇ ਅੱਛੇ ਤਰੀਕੇ ਨਾਲ ਕਿਹਾ ਕਿ ਸੰਤ ਮਿਲੈ ਜੇ ਤੁਹਾਨੂੰ ਕੋਈ ਸੰਤ ਮਿਲ ਜਾਏ ਤੇ ਕਿਛ ਸੁਣੀਏ ਕਹੀਏ, ਤਾਂ ਕੋਈ ਆਪਣੀ ਉਹਨਾਂ ਦੀ ਗੱਲ ਸੁਣ ਜਾਂ ਫਿਰ ਤੇ ਜਿਹੜੀ ਆਪਣੇ ਮਨ ਦੇ ਜਿਹੜੇ ਵਲਵਲੇ ਆ ਉਹਨਾਂ ਨਾਲ ਸਾਂਝੇ ਕਰ। ਪਰ ਨਾਲ ਦੇ ਨਾਲ ਇਹ ਵੀ ਕਹਿ ਦਿੱਤਾ ਮਿਲੈ ਅਸੰਤ ਮਸਟ ਕਰ ਰਹੀ ਹੈ। ਜਿਵੇਂ ਸਾਡੇ ਮਾਪਿਓ ਸਾਨੂੰ ਸਮਝਾਉਂਦੇ ਆ ਨਾ, ਬੇਟਾ ਭੈੜੀ ਸੰਗਤ ਨਹੀਂ ਕਰਨੀ, ਭੈੜੀ ਸੰਗਤ ਨਹੀਂ ਕਰਨੀ। ਦੇਖੋ ਬਾਣੀ ਵੀ ਜਿਹੜੀ ਹੈ ਉਹ ਵੀ ਸਾਡਾ ਮਾਪਿਓ ਹੀ ਹੈ ਨਾ, ਤੇ ਉਹ ਦੇਖੋ ਕਿੰਨੇ ਪਿਆਰ ਨਾਲ ਸਮਝਾਉਂਦੇ ਕਿ ਜੇ ਕੋਈ ਅਜਿਹਾ ਭੈੜਾ ਮਨੁੱਖ ਮਿਲ ਜਾਏ ਉਹਦੀ ਸੰਗਤ ਸਾਨੂੰ ਨਹੀਂ ਕਰਨੀ। ਜਦ ਅਸੀਂ ਪੜਾਂਗੇ ਨਾ ਆਪਣੇ ਗੁਰੂ ਦੇ ਗੁਣ, ਆਪੇ ਹੀ ਨਤਮਸਤਕ ਹੋਵਾਂਗੇ, ਸਿਰ ਝੁਕੇਗਾ, ਦਿਲੋਂ ਝੁਕੇਗਾ ਉਦੋਂ, ਕਿਉਂਕਿ ਸਾਨੂੰ ਸਮਝ ਹੋਏਗੀ ਬਾਣੀ ਇਹ ਕਹਿੰਦੀ ਇਹ ਸਮਝਾਉਂਦੀ ਹੈ। ਤੇ ਜਿਨ੍ਹਾਂ ਦੇ ਗੁਣ ਸਾਨੂੰ ਜਿਉਂ-ਜਿਉਂ ਸਮਝ ਆਉਂਦੇ ਨੇ ਨਾ, ਤੇ ਉਦੋਂ ਮਨ ਜਿਹੜਾ ਹੈ ਆਪਣੇ ਆਪ ਹੀ ਉਹਦੇ ਵੱਲ ਢਹਿ ਹੁੰਦਾ ਹੈ, ਤੇ ਆਪਣੇ ਆਪ ਅਸੀਂ ਬਾਣੀ ਨਾਲ ਹੋਰ ਜੁੜਨ ਲੱਗ ਜਾਵਾਂਗੇ। ਜਦ ਅਸੀਂ ਉਹਨਾਂ ਦੇ ਗੁਣਾਂ ਨੂੰ ਸਮਝਣ ਲੱਗ ਜਾਵਾਂਗੇ, ਸੁਣਨ ਲੱਗ ਜਾਵਾਂਗੇ, ਤੇ ਮਨਾ ਤੇ ਉਹ ਗੁਰੂ ਸਾਹਿਬ ਆਪੇ ਲੈਣਗੇ। ਤੇਰਾ ਭਾਣਾ ਤੂੰ ਹੈ ਮਨਾਏ ਜਿਸਨੋਂ ਹੋਏ ਦਿਆਲਾ। ਉਹ ਆਪੇ ਹੀ ਜਿਹੜਾ ਹੈ ਆਪਣਾ ਭਾਣਾ ਮਨਾਉਣਾ ਜਾਣਦਾ ਹੈ ਨਾ। ਪਰ ਬਸ ਉਹ ਸਾਡੇ ਕੋਲ ਕੀ ਮੰਗਦਾ ਹੈ ਜੀ? ਸਾਡੇ ਕੋਲ ਸਿਰਫ ਤੇ ਸਿਰਫ ਕੀ ਚਾਹੀਦਾ ਹੈ? ਚਰਨ ਸਰਨ ਗੁਰ ਏਕ ਪੈਡਾ ਜਾਏ ਚਲ, ਸਤਿਗੁਰ ਕੋਟ ਪੈਡਾ ਆਗਿਆ ਹੋਏ ਲੇਤੇ। ਉਹ ਸਿਰਫ ਉਡੀਕ ਕਰ ਰਿਹਾ ਹੈ, ਕਿਉਂਕਿ ਉਹਨੇ ਤੁਹਾਨੂੰ ਮੌਕਾ ਦਿੱਤਾ ਇੱਕ ਕਿ ਭਲਿਆ ਤੂੰ ਕਰਕੇ ਦੇਖ ਇੱਕ ਵਾਰੀ, ਜਰਾ ਤੂੰ ਕੀ ਕਰ ਸਕਦਾ ਹੈ ਨਾ। ਤੇ ਜਦ ਤੁਸੀਂ ਉਸ ਮੌਕੇ ਦਾ ਸਹੀ ਕਹਿ ਸਕਦੇ ਆ ਕਿ ਸਹੀ ਵਰਤੋਂ ਕਰਕੇ ਜਦ ਉਸ ਵੱਲ ਜਾਓਗੇ ਤਾਂ ਆਪਣੇ ਆਪ ਹੀ ਗਲਵਕੜੀ 'ਚ ਲੈਣ ਨੂੰ ਅੱਗੇ ਖੜਾ ਹੈ। ਕਮੀ ਸਾਡੇ ਵਿੱਚ ਹੀ ਹੈ, ਅਸੀਂ ਸਹਿਜ ਪਾਠ ਨਹੀਂ ਕਰ ਰਹੇ। ਅਸੀਂ ਬਸ ਕੋਈ ਵੀ ਜੋ ਕੁਝ ਸੁਣਾਈ ਜਾਂਦਾ ਬਸ ਉਹਦੀ ਗੱਲਾਂ 'ਚ ਹਾਂਜੀ 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 ਕਰ ਕਰਕੇ ਸਾਨੂੰ ਪਤਾ ਹੀ ਨਹੀਂ ਸਹੀ ਹੈ ਗਲਤ ਹੈ, ਬਸ ਜੋ ਕਹਿ ਦਿੱਤਾ ਜੀ ਹਾਂਜੀ ਜੀ ਇਹਨਾਂ ਨੇ ਸਾਡੇ ਤੇ ਵੱਡੇ ਨੇ ਜੀ। ਪਰ ਨਹੀਂ, ਦੇਖੋ ਬਾਣੀ ਜਦ ਤੱਕ ਆਪ ਨਹੀਂ ਪੜਾਂਗੇ ਅਸੀਂ ਫੈਸਲਾ ਨਹੀਂ ਲੈ ਪਾਵਾਂਗੇ ਕਿ ਸਾਨੂੰ ਕੌਣ ਸਹੀ ਰਾਹੇ ਪਾ ਰਿਹਾ ਹੈ, ਕੋਈ ਗਲਤ ਰਾਹੇ ਪਾ ਰਿਹਾ ਹੈ। ਇਸ ਲਈ ਸਹਿਜ ਪਾਠ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ, ਔਰ ਅਰਥਾਂ ਦੇ ਨਾਲ ਕਰਨਾ ਤੇ ਹੋਰ ਹੀ ਜ਼ਰੂਰੀ ਹੈ। ਇਸ ਲਈ ਹੱਥ ਜੋੜ ਬੇਨਤੀ ਸਭ ਨੂੰ ਕਿ ਅਸੀਂ ਸਹਿਜ ਪਾਠ ਕਦੇ ਨਾ ਛੱਡੀਏ, ਹੈ ਨਾ। ਨਹੀਂ ਤਾਂ ਸਾਡੇ ਜੀਵਨ 'ਚ ਹੋਰ ਕੁਛ ਰਹਿ ਹੀ ਨਹੀਂ ਜਾਣਾ, ਸਾਨੂੰ ਸਮਝ ਆਏਗੀ ਨਹੀਂ ਪੂਰੀ ਜ਼ਿੰਦਗੀ। ਇੱਦਾਂ ਹੀ ਬਸ ਅੰਧਿਆਰ ਵਿੱਚ ਹੀ ਅਸੀਂ ਫਿਰ ਫਿਰਦੇ ਰਹਾਂਗੇ। ਤੇ ਅੱਗੇ ਬੜੇ ਪਿਆਰ ਨਾਲ ਕਹਿੰਦੇ ਬਾਬਾ ਬੋਲ ਨਾ ਕਿਆ ਕਹੀਏ। ਹੁਣ ਇਹ ਜੋ ਤੁਕਾਂ ਨੇ ਇਹ ਰਹਾਉ ਵਾਲੀ ਪੰਕਤੀਆਂ ਨੇ, ਬਾਬਾ ਬੋਲ ਨਾ ਕਿਆ ਕਹੀਏ। ਬਾਬਾ ਜੀ ਸਾਨੂੰ ਵੀ ਸਿਖਾ ਦਿਓ ਕਿ ਆਖਿਰ ਸਾਨੂੰ ਕੀ ਬੋਲਣਾ ਚਾਹੀਦਾ ਹੈ। ਆਖਿਰ ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਅਸੀਂ ਅਜਿਹੇ ਕਿਹੜੇ ਬਚਨ ਬੋਲੀਏ ਜਿਹਦੇ ਨਾਲ ਸਾਡਾ ਪਿਆਰ ਉਸ ਗੁਰੂ ਦੇ ਨਾਲ ਪੈ ਜਾਏ, ਕਿਉਂਕਿ ਗੁਰੂ ਤੇ ਹਮੇਸ਼ਾ ਸਭ ਨੂੰ ਪਿਆਰ ਕਰਦੇ ਹੈ, ਪਰ ਅਸੀਂ ਹੈ ਨਾ ਉਸ ਤੋਂ ਦੂਰ ਆ, ਇਸ ਕਰਕੇ ਸਾਡਾ ਪਿਆਰ ਨਹੀਂ ਬਣਦਾ ਪਿਆ, ਹੈ ਨਾ। ਉਹ ਤੇ ਸਾਡੇ ਕੋ ਕਿੰਨਾ ਨੇੜੇ ਹੈ, ਬਿਲਕੁਲ ਨੇੜੇ, ਪਰ ਅਸੀਂ ਸੁਰਤ ਕਰਕੇ ਬਹੁਤ ਦੂਰ ਆ ਉਸ ਤੋਂ। ਤੇ ਇਸ ਲਈ ਉਹਨੂੰ ਪੁੱਛਣਾ ਪੈਂਦਾ ਬਾਬਾ ਬੋਲ ਨਾ ਕਿਆ ਕਹੀਏ। ਬਾਬਾ ਜੀ ਕਿਹੜੇ ਅਸੀਂ ਐਸੇ ਬਚਨ ਬੋਲੀਏ, ਕਿਹੜੀ ਗੱਲ ਕਰੀਏ। ਗੁਰੂ ਸਾਹਿਬ ਕਹਿੰਦੇ ਜੈਸੇ ਰਾਮ ਨਾਮ ਰਵ ਰਹੀ ਹੈ। ਅਗਰ ਤੇਰਾ ਬੋਲਣ ਦਾ ਮਨ ਹੈ ਨਾ ਤੇ ਅਜਿਹੇ ਬੋਲ ਜਿਹਦੇ ਨਾਲ ਤੇਰਾ ਜਿਹੜਾ ਸਵਾਸ ਹੈ ਉਹ ਸਫਲਾ ਹੋਏ। ਕਿਵੇਂ ਹੋਏਗਾ? ਜਦ ਤੈਨੂੰ ਅਜਿਹੇ ਬੋਲ ਬੋਲੇਗਾ ਜਿਹਦੇ ਨਾਲ ਤੇਰੀ ਜਿਹੜੀ ਲਿਵ ਆ, ਤੇਰਾ ਜਿਹੜਾ ਮਨ ਆ, ਉਹ ਗੁਰੂ ਵੱਲ ਹੋਰ ਉੱਠ ਜਾਏ। ਉਹ ਗੁਰੂ ਦੇ ਵੱਲ ਜਿਹੜਾ ਹੈ ਉਹ ਕਹਿ ਸਕਦੇ ਹਾਂ ਕਿ ਟੈਟਰੀ ਹੋ ਜਾਏ, ਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਏ। ਰਵ ਰਹੀ ਹੈ, ਉਹ ਕਿਤੇ ਹੋਰ ਉਹਦਾ ਧਿਆਨ ਹੀ ਨਾ ਜਾਏ। ਅਜਿਹੇ ਬੋਲ ਅਜਿਹੀ ਸੰਗਤ ਕਰ ਜਿਹਦੇ ਨਾਲ ਤੇਰਾ ਜਿਹੜਾ ਮਨ ਹੈ ਉਸ ਗੁਰੂ ਦੇ ਉਸ ਨਾਮ ਦੇ ਰੰਗ ਵਿੱਚ ਹੋਰ ਡੂੰਘੇ ਤਰੀਕੇ ਦੇ ਨਾਲ ਰੰਗ ਜਾਵੇ। ਜੈਸੇ ਰਾਮ ਨਾਮ ਰਵ ਰਹੀ ਹੈ, ਉਹਦੇ ਵਿੱਚ ਲੀਨ ਹੋ ਜਾਏ ਤੇਰਾ ਮਨ। ਅਜਿਹੇ ਬੋਲ ਬੋਲਣ ਦੀ ਕੋਸ਼ਿਸ਼ ਕਰ। ਤੇਰਾ ਜਿਹੜਾ ਜੀਵਨ ਹੈ ਉਹ ਪੂਰਾ ਜੀਵਨ ਹੀ ਸਮਰਪਿਤ ਹੋ ਜਾਏ ਗੁਰੂ ਨੂੰ। ਅਜਿਹੇ ਬੋਲ ਉਹ ਕਿਹੜੇ ਬੋਲ ਨੇ? ਉਹ ਬਾਣੀ ਤੇ ਹੈ, ਉਹ ਵਾਹਿਗੁਰੂ ਤੇ ਹੈ। ਅੱਜ ਕੱਲ੍ਹ ਤੇ ਵਾਹਿਗੁਰੂ ਬੋਲਣ ਤੇ ਵੀ ਲੋਕੀ ਕੁਐਸਚਨ ਪੁੱਟ ਦਿੰਦੇ ਕਿ ਵਾਹਿਗੁਰੂ ਕਿਉਂ ਬੋਲੀ ਜਾਂਦੇ। ਬਾਣੀ ਕਹਿੰਦੀ ਹੈ, ਅਸੀਂ ਨਹੀਂ ਕਹਿੰਦੇ। ਬਾਣੀ ਤੇ ਕਹਿੰਦੀ ਹੈ ਕਿ ਸਾਸ ਗਿਰਾਸ ਜਪੋ, ਹੈ ਨਾ। ਪਰ ਅਸੀਂ ਫਿਰ ਵੀ ਨਹੀਂ ਸਮਝ ਪਾਉਂਦੇ। ਵਾਹਿਗੁਰੂ ਕਹਿਣਾ ਕਿ ਕੋਈ ਗੁਨਾਹ ਹੈ, ਕੋਈ ਗਲਤ ਨਹੀਂ ਕੋਈ ਕਹਿ ਰਿਹਾ।
ਉਹਦੀ ਪ੍ਰੀਤਮ ਦੀ ਤੇ ਮੈਂ ਕਹਿੰਦਾ ਕਿ ਗੁਰੂ ਸਾਹਿਬ ਤੇ ਸਾਨੂੰ ਸਮਝਾਉਂਦੇ, ਲੱਖ ਜੇਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ। ਇਸ ਤੋਂ ਵੱਡੀ ਹੁਣ ਕਿਹੜੀ ਗੱਲ ਹੈ? ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟਿਆ। ਹੋਰ ਕਿਵੇਂ ਸਮਝਾਣ? ਫਿਰ ਅਸੀਂ ਨਹੀਂ ਸਮਝਦੇ। ਬੋਲੋ ਜਸ ਜੇਵਾ ਦਿਨ ਰਾਤ, ਉਹ ਤੇ ਕਹਿ ਰਹੇ ਨੇ ਬੋਲੋ ਬੋਲੋ ਬੋਲੋ। ਹੁਣ ਇਹ ਕੀ ਹੈ? ਬੋਲੋ ਜਸ ਜੇਵਾ ਦਿਨ ਰਾਤ, ਉਹ ਤੇ ਕਹਿ ਰਹੇ ਦਿਨ ਰਾਤ, ਦਿਨ ਰਾਤੀ ਆਰਾਧੋ ਪਿਆਰੋ। ਹੋਰ ਕਿਸ ਤਰੀਕੇ ਨਾਲ ਕਹਿਣਾ? ਸਿੱਧੀ ਸਿੱਧੀ ਗੱਲ ਕਹੀ, ਪਰ ਫਿਰ ਵੀ ਅਸੀਂ ਹਰ ਜਗ੍ਹਾ ਤੇ ਆਪਣੀ ਮਨਮਤ ਵਿੱਚ ਵਾੜ ਕੇ ਲੋਕਾਂ ਨੂੰ ਅਸੀਂ ਦੁਬਿਧਾ ਵਿੱਚ ਪਾ ਰਹੇ ਹਾਂ। ਮਾਫ ਕਰਨਾ, ਜੋੜਨਾ ਜਿਹੜਾ ਹੈ ਨਾ, ਉਹ ਜਿੰਨਾ ਕਹਿ ਸਕਦੇ ਹਾਂ ਔਖਾ ਹੈ। ਤੋੜਨਾ ਕਹਿੰਦੇ ਆ ਕਿ ਬਸ ਇਹ ਖਿੰਨਪਨ ਲੱਗਦਾ, ਕਿਉਂਕਿ ਵਿਰਲੇ ਨੇ ਜਿਹੜੇ ਅਡੋਲ ਨੇ, ਜਿਹੜੇ ਬਾਣੀ ਰੋਜ਼ ਪੜ੍ਹਦੇ ਨੇ ਨਾ, ਉਹਨਾਂ ਨੂੰ ਤੇ ਕੋਈ ਕਹਿ ਸਕਦੇ ਆ ਕਿ ਕੋਈ ਤੱਤੀ ਵਾਹ ਨਹੀਂ ਲਾ ਸਕਦਾ, ਉਹ ਤੇ ਪੱਕੇ ਨੇ ਆਪਣੇ ਸਿੱਧਕ ਤੇ। ਪਰ ਜਿਹੜੇ ਮੇਰੇ ਵਰਗੇ ਨੇ, ਕਦੇ ਕਦਾਰ ਬਸ ਕੋਈ ਕੈਮਰਾ ਨਜ਼ਰ ਆ ਗਿਆ ਜਾਂ ਸੰਗਤ ਨਜ਼ਰ ਆ ਗਈ, ਉਹਦੇ ਸਾਹਮਣੇ ਜਿਹੜੇ ਚਤੁਰਾਈ ਸਿਆਣਪਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਨਾ, ਉਹ ਬੜੀ ਜਲਦੀ ਟੁੱਟ ਜਾਂਦੇ ਆ। ਤੇ ਜਿਹੜੇ ਤੇ ਬਸ ਗੁਪਤ ਰੂਪ 'ਚ ਆਪਣੇ ਵਿਚਰੀ ਜਾ ਰਹੇ ਨੇ, ਆਪਣਾ ਸਮਾਂ ਸਾਂਭੀ ਜਾ ਰਹੇ ਨੇ, ਸਮਾਂ ਸਫਲਾ ਕਰ ਰਹੇ ਨੇ ਨਾ, ਉਹਨਾਂ ਨੂੰ ਨਹੀਂ ਕੋਈ ਤੋੜ ਸਕਦਾ। ਉਹ ਹੈਗੇ ਨੇ ਪੱਕੇ, ਸੱਚ ਮੈਂ ਤੁਹਾਨੂੰ ਦੱਸ ਰਿਹਾ। ਤੇ ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ ਰਹਾਓ। ਇੱਥੇ ਗੁਰੂ ਸਾਹਿਬ ਨੇ ਠਹਿਰਾ ਦਿੱਤਾ ਕਿ ਇਹ ਜਿਹੜਾ ਹੈ, ਇਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ, ਸੈਂਟਰ ਆਈਡੀਆ ਹੈ। ਇਸ ਤੇ ਹੀ ਪੂਰਾ ਸ਼ਬਦ ਜਿਹੜਾ ਹੈ ਅੱਗੇ ਚੱਲਦਾ ਹੈ। ਅੱਗੇ ਫਿਰ ਸਮਝਾਇਆ ਕਿ ਸੰਤਨ ਸਿਉ ਬੋਲੇ ਉਪਕਾਰੀ। ਜੇ ਤੂੰ ਕਿਸੇ ਸੰਤ ਦੇ ਨਾਲ ਬੋਲਦਾ ਹੈ ਨਾ, ਇੱਕ ਸੰਤ ਦਾ ਹੋਰ ਵੀ ਬੜਾ ਪਿਆਰਾ ਅਰਥ ਜਿਹੜਾ ਹੈ ਉਹ ਸਮਝ ਆਉਂਦਾ ਹੈ, ਸ ਅੰਤ। ਜਿਹੜਾ ਹਮੇਸ਼ਾ ਨਾ ਕਹਿ ਦੋ ਕਿ ਆਪਣੇ ਅੰਤ ਦੇ ਨਾਲ ਜੁੜਿਆ, ਉਹਨੂੰ ਪਤਾ ਹੈ ਕਿ ਬਸ ਇਹੀ ਪਲ ਹੈ ਮੇਰਾ, ਇਹੀ ਦਮ ਹੈ, ਉਹਨੂੰ ਹਮੇਸ਼ਾ ਮੌਤ ਚੇਤੇ ਰਹਿੰਦੀ ਹੈ। ਭਾਵ ਸ ਅੰਤ ਹੈ ਨਾ, ਕਿ ਹਮੇਸ਼ਾ ਜਿਹੜਾ ਹੈ ਉਹ ਮੌਤ ਨੂੰ ਆਪਣੇ ਚੇਤੇ ਰੱਖਦਾ ਹੈ। ਉਹ ਜ਼ਿੰਦਗੀਆਂ ਦੀਆਂ ਜਿਹੜੀਆਂ ਉਮੀਦਾਂ, ਜਿੰਨੇ ਵੀ ਕਹਿ ਸਕਦੇ ਹਾਂ ਕਿ ਵਿਕਾਰ ਨੇ, ਉਸ ਤੋਂ ਕਾਫੀ ਉੱਪਰ ਉੱਠਿਆ ਹੁੰਦਾ ਹੈ। ਤੇ ਉਹ ਸੰਤਨ ਸਿਓ, ਅਜਿਹੇ ਬੰਦਿਆਂ ਨਾਲ, ਅਜਿਹੇ ਕਹਿ ਸਕਦੇ ਹਾਂ ਮਹਾਂਪੁਰਸ਼ਾਂ ਨਾਲ, ਰੰਗੀ ਰੂਹਾਂ ਨਾਲ, ਸੰਤਨ ਸਿਓ ਬੋਲੇ ਉਪਕਾਰੀ। ਅਜਿਹੇ ਬੰਦਿਆਂ ਨਾਲ ਬੋਲਣਾ ਕੀ ਹੁੰਦਾ ਜੀ? ਉਪਕਾਰੀ। ਸਾਨੂੰ ਕੀ ਹੁੰਦਾ ਜੀ? ਇੱਕ ਚੰਗਾ ਕੰਮ, ਲਾਹੇ ਵਾਲਾ ਕੰਮ ਹੁੰਦਾ ਹੈ, ਅਗਰ ਅਜਿਹੇ ਅਸੀਂ ਕਿਸੇ ਰੰਗੇ ਹੋਏ ਦੀ ਸੰਗਤ ਕਰਦੇ ਹਾਂ ਨਾ। ਸੰਤਨ ਸਿਓ ਬੋਲੇ ਉਪਕਾਰੀ, ਅਸੀਂ ਕੋਈ ਉਪਕਾਰ ਵਾਲਾ ਕੰਮ ਕੀਤਾ, ਭਾਵ ਕੋਈ ਚੰਗਾ ਕੰਮ ਕੀਤਾ ਆਪਣੇ ਲਈ, ਆਪਣੇ ਤੇ ਉਪਕਾਰ ਕੀਤਾ, ਕਿਸੇ ਦੂਜੇ ਤੇ ਨਹੀਂ। ਤੇ ਮੂਰਖ ਸਿਓ ਬੋਲੇ ਝੱਖ ਮਾਰੀ। ਹਾਂ, ਇਸੇ ਤਰੀਕੇ ਨਾਲ ਫਿਰ ਜਦ ਕਿਸੇ ਮੂਰਖ ਨਾਲ ਬੋਲੋਗੇ, ਫਿਰ ਇਹੀ ਸਮਝ ਲਓ ਕਿ ਸਮਾਂ ਜਿਹੜਾ ਉਹ ਵਿਅਰਥ ਕਰਤਾ, ਝੱਖ ਮਾਰੀ। ਐਦਾਂ ਹੀ ਬਸ ਵਿਅਰਥ ਦੀਆਂ ਗੱਲਾਂ, ਇੱਧਰ ਉੱਧਰ ਦੀਆਂ ਗੱਲਾਂ, ਕਿਸੇ ਬੰਦੇ ਨੂੰ ਲੈ ਕੇ ਕੋਈ ਗੱਲ ਹੋ ਜਾਏਗੀ ਜਾਂ ਕੋਈ ਸਮਾਜਿਕ ਮੁੱਦਾ ਉੱਠ ਜਾਏਗਾ, ਜੋ ਕਿ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈ, ਉਸ ਬਾਰੇ ਸਾਰੇ ਗੱਲ ਕਰ ਰਹੇ ਹੋਣਗੇ। ਕਿਉਂਕਿ ਜਿਹੜਾ ਵੀ ਮੁੱਦਾ ਕਹਿੰਦੇ ਆ ਕਿ ਕਰੰਟਲੀ ਜਿਹੜਾ ਚੱਲ ਰਿਹਾ ਹੁੰਦਾ ਹੈ, ਵਾਇਰਲ ਹੋ ਰਿਹਾ ਹੁੰਦਾ ਹੈ, ਟ੍ਰੈਂਡ ਤੇ ਹੁੰਦਾ, ਉਸ ਬਾਰੇ ਲਗਭਗ ਕਿੰਨੇ ਮੈਸੇਜ ਤੇ ਵੈਸੇ ਹੀ ਆ ਜਾਂਦੇ ਆ ਨਾ। ਅੱਜ ਕੱਲ ਸੋਸ਼ਲ ਮੀਡੀਆ ਜ਼ਮਾਨਾ, ਤੁਹਾਨੂੰ ਪਤਾ ਹੀ ਹੁੰਦਾ ਸਾਰੀ ਗੱਲ ਦਾ। ਹੋਰ ਕੋਈ ਵੀ ਦਾਅਵੇ ਨਾਲ ਕਹਿ ਨਹੀਂ ਸਕਦਾ ਕਿ ਇਹ ਸਹੀ ਹੈ ਗਲਤ ਹੈ, ਬਸ ਅੱਧੇ ਉਹਨੂੰ ਕੋਈ ਸਹੀ ਕਹੇਗਾ, ਕਈ ਉਹਨੂੰ ਬਸ ਗਲਤ ਕਹਿਣਗੇ, ਉਹਦੇ 'ਚ ਬਸ ਉਲਝੇ ਰਹੋ। ਬਈ ਹੁਣ ਅੱਗੇ ਕੀ ਹੋਏਗਾ, ਇਸ ਬਾਰੇ ਕੀ ਗੱਲ ਚੱਲ ਰਹੀ ਹੈ, ਤੈਨੂੰ ਕੀ ਲੈਣਾ ਪੈ ਰਿਹਾ? ਪਹਿਲੇ ਇੱਕ ਗੱਲ ਸਮਝ ਲੈ, ਸਭ ਤੋਂ ਪਹਿਲਾਂ ਤੇਰੇ ਲਈ ਤੂੰ ਜ਼ਰੂਰੀ ਹੈ। ਜੇ ਤੂੰ ਆਪਣੇ ਆਪ ਨੂੰ ਨਹੀਂ ਸਵਾਰਿਆ, ਆਪਣਾ ਜਿਹੜਾ ਜੀਵਨ ਸਫਲਾ ਨਹੀਂ ਕੀਤਾ ਨਾ, ਉਹਦੇ ਬਾਅਦ ਤੂੰ ਦੂਜੇ ਦੇ ਜੀਵਨ ਵਿੱਚ ਜਿੰਨੀ ਮਰਜ਼ੀਆਂ ਕਹਿ ਲੈ ਕਿ ਝਾਤ ਮਾਰ ਲੈ, ਗੱਲਾਂ ਕਰ ਲੈ, ਭਾਵੇਂ ਉਹਨਾਂ ਨੂੰ ਚੰਗਾ ਸਾਬਤ ਕਰਦੇ, ਉਹਨਾਂ ਨੂੰ ਮਾੜਾ ਸਾਬਤ ਕਰਦੇ, ਪਰ ਉਹਦੇ 'ਚ ਤੇਰਾ ਕੋਈ ਭਲਾ ਨਹੀਂ। ਤੇਰਾ ਭਲਾ ਤਾਂ ਹੀ ਹੈ ਜੇ ਤੂੰ ਆਪਣਾ ਜੀਵਨ ਸਵਾਰ ਲਏਗਾ। ਸਾਡਾ ਭਲਾ ਤਾਂ ਹੀ ਹੈ। ਬਸ ਇਸ ਗੱਲ ਨੂੰ ਅਸੀਂ ਜਲਦ ਤੋਂ ਜਲਦ ਸਮਝ ਲਵਾਂਗੇ ਤਾਂ ਉਨੀ ਹੀ ਜਲਦੀ ਅਸੀਂ ਇਸ ਰਾਹ ਤੇ ਤੁਰਨਾ ਸ਼ੁਰੂ ਕਰ ਦਾਂਗੇ। ਇਸ ਲਈ ਅਸੀਂ ਕੋਸ਼ਿਸ਼ ਕਰਨੀ ਹੈ। ਮੂਰਖ ਹੁਣ ਬਾਣੀ ਕਿਹਨੂੰ ਕਹਿੰਦੀ ਹੈ? ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਇੱਕ ਮੂਰਖ ਦੀ ਵੀ ਨਾਲ ਦੇ ਨਾਲ ਪਰਿਭਾਸ਼ਾ ਕਰ ਦਿੱਤੀ ਕਿ ਉਹ ਮੂਰਖ ਆ ਜਿਹੜਾ ਇਸ ਰੱਬ ਦੇ ਦਿੱਤੇ ਹੋਏ ਨਾਮ ਨੂੰ ਮੰਨਦਾ ਹੀ ਨਹੀਂ। ਉਹ ਸਿਰਫ ਤੇ ਸਿਰਫ ਆਪਣੀ ਗੱਲਾਂ ਕਰਦਾ। ਮੂਰਖ ਜਿਹੜਾ ਸਿਰਫ ਮੂੰਹ ਦੀਆਂ ਗੱਲਾਂ ਰੱਖਦਾ, ਕਹਿਣ ਤੋਂ ਭਾਵ ਆਪਣੇ ਮਨ ਦੀਆਂ ਬਸ ਜੋ ਆਉਂਦੀਆਂ ਉਹੀ ਦੂਜਿਆਂ ਨੂੰ ਸੁਣਾਉਂਦਾ ਹੈ, ਉਹੀ ਗੱਲਾਂ ਰੱਖਦਾ ਹੈ। ਉਹਨੂੰ ਕੋਈ ਮਤਲਬ ਨਹੀਂ ਕਿ ਗੁਰੂ ਕੀ ਕਹਿੰਦਾ ਹੈ। ਗੁਰਮੁਖ ਕੌਣ ਹੈ? ਜਿਹਦਾ ਹਮੇਸ਼ਾ ਮੁਖ ਜਿਹੜਾ ਗੁਰੂ ਵੱਲ ਰਹਿੰਦਾ, ਉਹ ਗੁਰੂ ਵੱਲ ਝਾਤ ਮਾਰਦਾ, ਮੇਰਾ ਗੁਰੂ ਕੀ ਕਹਿੰਦਾ ਹੈ, ਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ। ਪਰ ਜਿਹੜਾ ਮੂਰਖ ਆ ਉਹਨੂੰ ਕੋਈ ਮਤਲਬ ਹੀ ਨਹੀਂ ਜੀ।
ਉਹ ਕਹਿੰਦੇ ਕਿ ਬਸ ਮੂਰਖਾ ਸਿਰ ਮੂਰਖ ਹੈ, ਜੇ ਮੰਨੇ ਨਹੀਂ ਨਾ ਉਹਨੂੰ, ਤੇ ਨਾ ਉਹਨੂੰ ਕੋਈ ਮਤਲਬ ਹੀ ਨਹੀਂ, ਉਹ ਮੰਨਦਾ ਹੀ ਨਹੀਂ। ਉਹ ਬਾਣੀ ਨੂੰ ਵੀ ਝੂਠਾ ਸਾਬਿਤ ਕਰਨ ਨੂੰ ਤਿਆਰ ਹੈ, ਸੱਚ ਦੱਸ ਰਿਹਾ। ਬੋਲਤ ਬੋਲਤ ਵੱਡਾ ਹੈ ਵਿਕਾਰਾ। ਅੱਗੇ ਜਿਹੜਾ ਇਹਦਾ ਤੀਜਾ ਪਦਾ ਹੈ ਇਸ ਸ਼ਬਦ ਦਾ, ਉਹਦੇ 'ਚ ਕਿਹਾ ਗਿਆ ਬੋਲਤ ਬੋਲਤ ਵੱਡਾ ਹੈ ਵਿਕਾਰਾ। ਜੇ ਕਿਸੇ ਅਜਿਹੇ ਮਨੁੱਖ ਨਾਲ ਬੋਲ ਰਹੇ ਹਾਂ ਜਿਹਦੇ ਨਾਲ ਸਾਨੂੰ ਪਤਾ ਹੈ ਕਿ ਬਸ ਸਮਾਂ ਵੇਸਟ ਹੋ ਰਿਹਾ, ਬਰਬਾਦ ਹੋ ਰਿਹਾ, ਤੇ ਕੀ ਹੋਏਗਾ ਜੀ? ਇੱਕ ਤੇ ਉਹਦਾ ਅਸੀਂ ਆਪਣਾ ਸਮਾਂ ਤੇ ਬਰਬਾਦ ਕੀਤਾ, ਨਾਲ ਦੇ ਨਾਲ ਫਿਰ ਜਿਹੜਾ ਉਹ ਕਿਉਂਕਿ ਆਪ ਵਿਕਾਰੀ ਬੰਦਾ ਹੈ, ਤੇ ਜੇ ਅਸੀਂ ਜਿਹੋ ਜੀ ਸੰਗਤ ਕਰਾਂਗੇ ਉਹ ਜਿਹੀ ਸਾਡੀ ਜਿਹੜੀ ਹੈ ਉਹ ਰੰਗਤ ਆਏਗੀ। ਤੇ ਹੁਣ ਕੀ ਹੋਇਆ? ਇੱਕ ਤੇ ਸਮੇਂ ਦਾ ਨੁਕਸਾਨ ਹੋਇਆ, ਦੂਜਾ ਜੋ ਕਿ ਵਿਕਾਰੀ ਦੀ ਸੰਗਤ ਕੀਤੀ, ਸਾਡੇ ਅੰਦਰ ਵੀ ਕਿਤੇ ਨਾ ਕਿਤੇ ਉਹ ਵਿਕਾਰ ਜਿਹੜੇ ਉਹ ਪੈਦਾ ਹੋਏ, ਤੇ ਸਾਡੇ ਵਿਕਾਰ ਵਧੇ। ਸਾਨੂੰ ਕੀ ਹੋਇਆ ਜੀ? ਬੜਾ ਵੱਡਾ ਘਾਟਾ ਹੋਇਆ, ਨੁਕਸਾਨ ਹੋਇਆ। ਜਿੱਥੇ ਸਾਨੂੰ ਫਾਇਦਾ ਹੋਣਾ ਸੀ ਇੱਕ ਸੰਤ ਦੀ, ਇੱਕ ਚੰਗੇ ਬੰਦੇ ਦੀ ਸੰਗਤ ਕਰਕੇ ਸਾਡਾ ਜੀਵਨ ਸਫਲ ਹੋਣਾ ਸੀ, ਉੱਥੇ ਕੀ ਹੋਇਆ ਜੀ? ਬੋਲਤ ਬੋਲਤ ਵੱਡਾ ਹੈ ਵਿਕਾਰ ਆ। ਸਾਡੇ ਵਿਕਾਰ ਜਿਹੜੇ ਆ ਉਹ ਤੇ ਹੋਰ ਵੀ ਵੱਧ ਗਏ, ਇਹਦੇ ਸਮਾਂ ਬਰਬਾਦ ਹੀ ਹੋ ਗਿਆ, ਹੈ ਨਾ। ਤੇ ਬਿਨ ਬੋਲੇ ਕਿਆ ਕਰੇ ਵਿਚਾਰਾ। ਹੁਣ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ, ਇਹ ਨਾ ਹੁਣ ਅਸੀਂ ਕੱਲ ਨੂੰ ਕਿਸੇ ਨਾਲ ਨਾ ਬੋਲੀਏ ਜੀ, ਨਹੀਂ ਜੀ, ਬਾਣੀ ਇਹ ਨਹੀਂ ਕਹਿੰਦੀ, ਹੈ ਨਾ। ਬਾਣੀ ਨਹੀਂ ਕਹਿੰਦੀ ਕਿ ਬਿਲਕੁਲ ਬੋਲੋ ਹੀ ਨਾ, ਬਾਣੀ ਤੇ ਕਹਿੰਦੀ ਹੈ ਬੋਲੋ, ਹੈ ਨਾ। ਕਿੰਨੇ ਸਾਨੂੰ ਪ੍ਰਮਾਣ ਮਿਲੇ ਕਿ ਸਾਨੂੰ ਬੋਲਣਾ ਹੈ, ਕਿਉਂਕਿ ਇੱਥੇ ਗੱਲ ਇਹੀ ਚੱਲ ਰਹੀ ਹੈ, ਪਰ ਬੋਲਣਾ ਕਿਹਦੇ ਨਾਲ ਹੈ ਔਰ ਕੀ ਬੋਲਣਾ ਹੈ ਉਹੀ ਤਾਂ ਸਮਝਣ ਵਾਲੀ ਗੱਲ ਹੈ। ਤੇ ਇੱਥੇ ਨਾਲ ਹੀ ਕਹਿ ਦਿੱਤਾ ਬਿਨ ਬੋਲੇ ਕਿਆ ਕਰੇ ਵਿਚਾਰਾ। ਜੇ ਤੂੰ ਬੋਲੇਗਾ ਹੀ ਨਹੀਂ, ਕਿਹਦੇ ਨਾਲ ਨਹੀਂ ਬੋਲੇਗਾ? ਜੇ ਤੂੰ ਕਿਸੇ ਚੰਗੇ ਬੰਦੇ ਨਾਲ ਨਹੀਂ ਬੋਲੇਗਾ, ਤੇ ਜਦ ਤੂੰ ਗੱਲਬਾਤ ਹੀ ਨਹੀਂ ਕਰੇਗਾ, ਸ਼ੁਰੂਆਤ ਹੀ ਨਹੀਂ ਕਰੇਗਾ, ਉਹਨਾਂ ਦੀ ਸੰਗਤ ਹੀ ਨਹੀਂ ਕਰੇਗਾ, ਤੇ ਫਿਰ ਕਿਆ ਕਰੇ ਵਿਚਾਰਾ। ਫਿਰ ਤੇਰੇ ਅੰਦਰ ਉਹ ਵਿਚਾਰ ਵਾਲੀ ਗੱਲ ਜਿਹੜੀ ਹੈ ਉਹ ਕਿੱਥੋਂ ਆਏਗੀ? ਵਿਚਾਰ ਤੇਰੇ ਅੰਦਰ ਆਣਗੇ ਕਿਵੇਂ, ਹੈ ਨਾ, ਜਦ ਤੂੰ ਬੋਲੇਗਾ ਹੀ ਨਹੀਂ ਤਾਂ। ਇਸ ਲਈ ਬੋਲਣਾ ਜ਼ਰੂਰੀ ਹੈ। ਪਰ ਕੀ ਬੋਲੀ ਹੈ? ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਕਿੰਨੀ ਅੱਛੀ ਅੱਛੀ ਗੱਲਾਂ ਦੱਸੀਆਂ ਸਾਡੇ ਪਿਓ ਨੇ, ਪਰ ਸਾਡੇ ਕੋਲ ਸਮਾਂ ਨਹੀਂ। ਕਹਿੰਦੇ ਸੱਚ ਧਰਮ, ਜਿਹੜੀ ਸੱਚ ਦੀ ਗੱਲ ਬੋਲ। ਜੇ ਤੇਰਾ ਬੋਲਣ ਦਾ ਮਨ ਹੋਇਆ ਹੈ ਤੇ ਬੋਲ, ਪਰ ਕੀ ਬੋਲ? ਸੱਚ ਬੋਲ, ਝੂਠ ਨਾ ਬੋਲ। ਸੱਚ ਕੀ ਹੈ ਜੀ? ਬਾਣੀ ਹੈ, ਸੱਚ ਹੈ ਨਾ, ਜੋ ਸਾਨੂੰ ਚੰਗੀਆਂ ਸਿੱਖਿਆਵਾਂ ਦੇ ਰਹੀ ਹੈ। ਉਸ ਤੋਂ ਵੱਡਾ ਸੱਚ ਹੋਰ ਕੀ ਹੈ? ਤੇ ਅਜਿਹਾ ਸੱਚ ਸਾਨੂੰ ਬੋਲਣਾ ਚਾਹੀਦਾ ਹੈ, ਚੁੱਪ ਨਹੀਂ ਰਹਿਣਾ ਚਾਹੀਦਾ। ਜਿੱਥੇ ਲੋੜ ਪਵੇ, ਕਿਸੇ ਕਹਿ ਸਕਦੇ ਹਾਂ ਕਿ ਜਿੱਥੇ ਲੱਗੇ ਕਿ ਹਾਂ ਵੀ ਇੱਥੇ ਜਿਹੜਾ ਹੈ ਉਹ ਅਧਰਮ ਭਾਰੀ ਹੋ ਰਿਹਾ ਹੈ, ਤੇ ਉੱਥੇ ਸਾਡਾ ਜਿਹੜਾ ਫਰਜ਼ ਹੈ ਨਾ, ਉਹ ਸਾਡਾ ਫਰਜ਼ ਕਹਿੰਦਾ ਹੈ, ਸਾਡਾ ਗੁਰੂ ਕਹਿੰਦਾ, ਉੱਥੇ ਸਾਨੂੰ ਆਵਾਜ਼ ਚੱਕਣੀ ਚਾਹੀਦੀ, ਬੋਲਣਾ ਚਾਹੀਦਾ, ਕਿੱਥੇ ਵੀ ਹੋਏ। ਉਹ ਕੋਈ ਵੀ ਹੋ ਸਕਦਾ ਹੈ, ਅਜਿਹਾ ਕਹਿ ਸਕਦੇ ਹਾਂ ਕਿ ਅਵਸਥਾ, ਅਜਿਹੀ ਕਹਿ ਸਕਦੇ ਹਾਂ ਹਾਲਾਤ ਕੋਈ ਵੀ ਹੋ ਸਕਦੇ ਹਨ ਜਿੱਥੇ ਬਾਣੀ ਸਾਨੂੰ ਕਹਿੰਦੀ ਬੋਲਣਾ ਚਾਹੀਦਾ ਹੈ, ਔਰ ਸੱਚ ਦੀ ਗੱਲ ਬੋਲਣੀ ਚਾਹੀਦੀ ਹੈ। ਸੱਚ ਦੀ ਗੱਲ ਬੋਲੀਏ, ਸੱਚ ਧਰਮ, ਝੂਠ ਨਾ ਬੋਲੀਏ। ਸਿਰਫ ਇਹ ਨਹੀਂ ਕਿ ਹਾਂ ਬਈ ਅੰਦਰੋਂ ਤੇ ਗੱਲ ਕੋਈ ਹੋਰ ਚੱਲ ਰਹੀ ਹੈ, ਸਿਰਫ ਵਾਰ ਤੇ ਵਾਰ ਬਸ ਲੋਕ ਦਿਖਾਵੇ ਵਾਸਤੇ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ। ਨਹੀਂ, ਕਰਮੀ ਵਾਲੀ ਜਿਹੜੀ ਗੱਲ ਹੈ ਨਾ, ਉਹ ਆਪ ਕਮਾਈ ਹੋਈ ਗੱਲ ਉਹ ਕਰਨੀ ਚਾਹੀਦੀ ਹੈ। ਉਹਦੇ ਬਾਰੇ ਗੱਲ ਕਰਨੀ ਕਹਿ ਸਕਦੀ ਹੈ ਕਿ ਫਾਇਦੇਮੰਦ ਹੈ ਆਪਣੇ ਲਈ ਵੀ ਤੇ ਦੂਜੇ ਲਈ ਵੀ। ਪਰ ਅਜਿਹੀ ਗੱਲ ਨਹੀਂ ਜਿੱਥੇ ਆਪ ਦੇ ਪੈਰਾ ਦੇਣ ਦੀ ਗੱਲ ਨਾ ਹੋਏ, ਆਪ ਕਮਾਉਣ ਦੀ ਗੱਲ ਨਾ ਹੋਏ, ਦੂਜਿਆਂ ਨੂੰ ਸਿਰਫ ਉਪਦੇਸ਼ ਦੇਣ ਵਾਲੀ ਗੱਲ ਹੋਏ, ਉਹ ਨਾ ਹੋਏ ਕਿਤੇ ਗੱਲ, ਹੈ ਨਾ। ਤੇ ਕਹੋ ਕਬੀਰ ਛੂਛਾ ਘੱਟ ਬੋਲੇ। ਜਿਹੜਾ ਕਹਿ ਸਕਦੀ ਆ ਕਿ ਇੱਕ ਘੜੇ ਦਾ ਇੱਥੇ ਐਗਜ਼ਾਮਪਲ ਦਿੱਤਾ ਕਬੀਰ ਜੀ ਨੇ ਕਿ ਜਿਹੜਾ ਘੜਾ ਹੈ ਅਗਰ ਉਹ ਖਾਲੀ ਹੋਏ ਹੈ ਨਾ, ਉਹਨੂੰ ਵਜਾਓ ਤੇ ਉਹ ਵੱਜ ਜਾਏਗਾ। ਛੂਛਾ ਘੱਟ ਬੋਲਾ, ਹੈ ਨਾ। ਛੂਛਾ ਭਾਵ ਖਾਲੀ, ਘੱਟ ਘੜਾ, ਹੈ ਨਾ। ਉਹ ਖਾਲੀ ਘੜਾ ਜਿਹੜਾ ਹੈ ਉਹ ਬੋਲਦਾ ਹੈ, ਉਹਨੂੰ ਖੜਕਾਓ ਆਵਾਜ਼ ਆਉਂਦੀ ਹੈ ਨਾ। ਪਰ ਨਾਲ ਹੀ ਕਹਿ ਦਿੱਤਾ ਭਰਿਆ ਹੋਏ ਸੋ ਕਬਹੁ ਨਾ ਡੋਲਾ ਹੈ। ਪਰ ਜਿਹੜਾ ਭਰਿਆ ਹੋਇਆ ਹੁੰਦਾ ਹੈ ਨਾ, ਉਹਨੂੰ ਤੁਸੀਂ ਕਣਕਾ ਕੇ ਵੇਖੋ, ਉਹਦੇ ਵਿੱਚ ਤੁਹਾਨੂੰ ਆਵਾਜ਼ ਨਹੀਂ ਆਏਗੀ। ਇੱਥੇ ਹੁਣ ਜਿਹੜਾ ਭਾਵ ਅਰਥ ਅਸੀਂ ਕੀ ਲੈਣਾ ਹੈ ਕਿ ਜਿਹੜਾ ਤੇ ਅੰਦਰੋਂ ਦੀ ਗੁਣਾਂ ਨਾਲੋਂ ਕਹਿ ਲਓ ਕਿ ਹੀਣ ਬੰਦਾ ਹੈ, ਕੋਈ ਗੁਣ ਹੈ ਨਹੀਂ, ਹੈ ਨਾ, ਤੇ ਉਹ ਬੋਲਣ ਨੂੰ ਕਈ ਵਾਰ ਬੜਾ ਅੱਛਾ ਹੁੰਦਾ, ਬੜਾ ਚੰਗਾ ਬੁਲਾਰਾ ਹੁੰਦਾ, ਤੇ ਅਸੀਂ ਜ਼ਿਆਦਾਤਰ ਪ੍ਰਭਾਵਿਤ ਵੀ ਉਹਨਾਂ ਕੋਈ ਹੋ ਜਾਂਦੇ ਹਾਂ ਜਿਨ੍ਹਾਂ ਦਾ ਕਹਿ ਸਕਦੇ ਆ ਕਿ ਅੰਦਰ ਆਪ ਕੋਈ ਗੁਣ ਨਹੀਂ ਹੈ, ਪਰ ਹਾਂ ਬੋਲਣ ਨੂੰ ਬੜੇ ਚੰਗੇ ਆ, ਹੈ ਨਾ, ਬੁਲਾਰੇ ਬੜੇ ਚੰਗੇ ਆ, ਤੇ ਅਸੀਂ ਬੜੀ ਜਲਦੀ ਪਰ ਹਾਂਜੀ 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 ਇਹਦੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ, ਇਹੀ ਗੱਲਾਂ ਕਰ ਸਕਦਾ ਜੀ, ਇਹਨੂੰ ਤੇ ਸਾਰੀ ਸਮਝ ਹੈ ਨਾ। ਪਰ ਇਹ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਇੱਥੇ ਬਾਣੀ ਸਾਨੂੰ ਸਿੱਧਾ ਗੱਲ ਕਰ ਰਹੀ ਕਿ ਜਿਹੜਾ ਖਾਲੀ ਘੜਾ ਹੁੰਦਾ ਨਾ,
ਉਹਨੂੰ ਟਣਕਾ ਕੇ ਵੇਖੋ, ਬਥੇਰੀਆਂ ਆਵਾਜ਼ਾਂ ਆਉਂਦੀਆਂ ਉਹਦੇ ਵਿੱਚ, ਹੈ ਨਾ। ਤੇ ਜਿਹੜੇ ਆਪ ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ, ਜਿਹੜੇ ਕਹਿ ਸਕਦੇ ਆ ਗੁਣਾਂ ਨਾਲ ਭਰਪੂਰ ਹੁੰਦੇ ਆ ਨਾ, ਉਹ ਬੜੀ ਕਹਿ ਸਕਦੇ ਆ ਕਿ ਸੀਮਤ ਗੱਲ ਕਰਦੇ ਆ, ਹੈ ਨਾ। ਤੇ ਉਹ ਗੱਲ ਕਰਦੇ ਕਿਹਦੀ ਆ? ਉਹਨਾਂ ਦਾ ਜਿਹੜਾ ਚਾਅ ਹੁੰਦਾ ਨਾ, ਹੈ ਨਾ, ਉਹਦਾ ਚਾਅ ਹੁੰਦਾ ਕਿ ਵੱਧ ਤੋਂ ਵੱਧ ਗੁਰੂ ਦੀ ਜਿਹੜੀ ਗੱਲ ਆ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਆਪਣੀ ਗੱਲ ਜਿਹੜੀ ਹੈ ਉਸ ਬਾਰੇ ਅਗਰ ਕੋਈ ਤੁਹਾਨੂੰ ਜ਼ਿਆਦਾ ਹੀ ਗੱਲਾਂ ਕਰਕੇ ਦੱਸ ਰਿਹਾ ਕਿ ਮੈਂ ਇਹ ਹਾਂ, ਮੈਂ ਉਹ ਹਾਂ, ਜਾਂ ਆਪਣੇ ਕੋਈ ਟੌਪਿਕ ਲੈ ਕੇ ਬਹਿ ਜਾਂਦੇ ਆ, ਹੈ ਨਾ। ਕਈ ਵਾਰ ਆਪਣੇ ਨਿੱਜੀ ਟੌਪਿਕ ਹੁੰਦੇ ਆ, ਉਹ ਜਾ ਕੇ ਕਈ ਵਾਰ ਐਸੇ ਵੀ ਮੌਕੇ ਵੇਖੇ, ਐਸੇ ਵੀ ਹਾਲਾਤ ਵੇਖਿਆ ਕਿ ਸਟੇਜਾਂ 'ਤੇ ਵੱਡੀਆਂ ਵੱਡੀਆਂ ਬਹਿ ਕੇ ਆਪਣੀਆਂ ਗੱਲਾਂ ਸੁਣਾਉਣੀਆਂ। ਪਰ ਦੇਖੋ ਕਿੰਨੀ ਵੱਡੀ ਉਸ ਸੰਗਤ ਨਾਲ ਵੀ ਨਾ ਇਨਸਾਫੀ ਹੈ ਜਿਨ੍ਹਾਂ ਨੇ ਅਜਿਹੇ ਬੰਦਿਆਂ ਨੂੰ ਮੌਕਾ ਦਿੱਤਾ। ਉਹਨਾਂ ਦਾ ਵੀ ਸਮਾਂ ਬਰਬਾਦ ਕੀਤਾ, ਕੋਈ ਉਪਕਾਰ ਵਾਲੀ ਗੱਲ ਨਹੀਂ ਕੀਤੀ, ਬਸ ਤੇ ਸਿਰਫ ਇੱਧਰ ਉੱਧਰ ਦੀ ਗੱਲਾਂ ਮਾਰ ਕੇ ਸਮਾਂ ਬਰਬਾਦ ਕੀਤਾ। ਪਰ ਜਿਹੜੇ ਗੁਣਾਂ ਦੇ ਧਾਰੀ ਬੰਦੇ ਆ, ਹੈ ਨਾ, ਜਿਨ੍ਹਾਂ ਨੇ ਸੱਚ ਵਿੱਚ ਕਹਿ ਸਕਦੇ ਆ ਉਸ ਆਨੰਦ ਨੂੰ ਮਾਣਿਆ ਹੈ, ਆਪਣਾ ਜੀਵਨ ਸਫਲਾ ਕੀਤਾ ਹੈ, ਉਹ ਫਿਰ ਸਾਨੂੰ ਜਿਹੜਾ ਹੈ ਉਹ ਗੁਰੂ ਦੀ ਗੱਲਾਂ ਸੁਣਾਉਂਦੇ ਨੇ, ਜਿਹਦੇ ਨਾਲ ਕੀ ਹੋਏਗਾ, ਸਾਡੇ ਅੰਦਰ ਜਿਹੜਾ ਕਹਿ ਸਕਦੇ ਆ ਕਿ ਮਨ ਜਿਹੜਾ ਹੈ ਉਹ ਸ਼ਾਂਤ ਹੋਏਗਾ। ਸਾਡੇ ਅੰਦਰ ਇੱਕ ਆਤਮਕ, ਕਹਿੰਦੇ ਨਾ, ਆਤਮਕ ਸ਼ਾਂਤੀ ਨਹੀਂ ਹੈ। ਮਨ ਚੰਚਲ ਹੈ, ਮਨ ਭਟਕਦਾ ਹੈ, ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ ਹੈ, ਬੜਾ ਨੱਚ ਟੱਪ ਕੇ ਵੀ ਵੇਖ ਲਿਆ, ਬੜੇ ਗਾਣੇ ਗੂਣੇ ਗਾ ਕੇ ਵੇਖ ਲਏ, ਪਰ ਮਨ ਨੂੰ ਚੈਨ ਨਹੀਂ ਆਉਂਦਾ। ਉਹ ਚੈਨ ਕਿੱਥੇ ਹੈ? ਉਹ ਚੈਨ ਤੇ ਗੁਰੂ ਦੇ ਨਾਮ ਵਿੱਚ ਹੈ ਨਾ। ਤੇ ਜਦ ਕੋਈ ਨਾਮ ਦੀ ਗੱਲ ਸੁਣਾਉਂਦਾ ਹੈ, ਨਾਮ ਦੀ ਵਿਚਾਰ ਸੁਣਾਉਂਦਾ ਹੈ ਨਾ, ਉਦੋਂ ਸਾਨੂੰ ਲੱਗਦਾ ਹੈ ਇਹ ਹੁਣ ਕਦੋਂ ਚੁੱਪ ਕਰੇਗਾ। ਕਿਉਂ? ਕਿਉਂਕਿ ਸਾਡਾ ਜਿਹੜਾ ਸਵਾਦ ਹੈ ਉਹ ਸਵਾਦ ਹੀ ਸਾਡਾ ਖਰਾਬ ਕਰ ਦਿੱਤਾ ਗਿਆ। ਕਿਉਂਕਿ ਅਸੀਂ ਜਦ ਵੀ ਦੇਖੋ, ਫੇਸਬੁੱਕ ਖੋਲ ਕੇ ਵੇਖੋ, ਅੱਜ WhatsApp ਖੋਲ ਕੇ ਵੇਖੋ, ਇੰਸਟਾਗ੍ਰਾਮ ਖੋਲ ਕੇ ਵੇਖੋ, ਕੀ ਨਜ਼ਰ ਆਉਂਦਾ? ਸਿਰਫ ਤੇ ਸਿਰਫ ਕਿਹੜੀਆਂ ਗੱਲਾਂ ਨਜ਼ਰ ਆਉਂਦੀਆਂ? ਕੰਟਰੋਵਰਸ਼ੀਅਲ ਗੱਲਾਂ, ਸਿਰਫ ਤੇ ਸਿਰਫ ਵਿਵਾਦਕ ਗੱਲਾਂ, ਜਿਹਦੇ ਨਾਲ ਬਸ ਕੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਸਾਨੂੰ ਅਜਿਹਾ ਮਾਈਂਡ ਸੈਟਅਪ ਸਾਡਾ ਬਣ ਗਿਆ, ਸਾਡਾ ਹੁਣ ਕਹਿ ਸਕਦੇ ਆ ਕਿ ਸਾਡੀ ਦਿਲਚਸਪੀ ਅਜਿਹੀ ਬਣ ਗਈ, ਸਾਡੀ ਰੁਚੀ ਅਜਿਹੀ ਬਣ ਗਈ ਕਿ ਬਸ ਹੁਣ ਮਨ ਕਰਦਾ, ਹਾਂ ਇੱਦਾਂ ਦੀ ਕੋਈ ਵੀਡੀਓ ਹੈ ਨਾ, ਬੜੀ ਜਲਦੀ ਇੱਦਾਂ ਧਿਆਨ ਚਲਾ ਜਾਂਦਾ, ਉਹ ਅੱਛਾ ਇਹ ਗੱਲ ਹੋ ਗਈ, ਹੋ ਹੁਣ ਅੱਗੇ ਕੀ ਹੋਏਗਾ, ਹੈ ਨਾ, ਦੱਸੋ। ਹੋ ਤੇ ਜਿੱਥੇ ਕੋਈ ਕਹਿ ਲਓ ਕਿ ਕੋਈ ਗੁਰਬਾਣੀ ਦਾ ਅਰਥ ਸਮਝਾ ਰਿਹਾ ਹੋਏ, ਕੋਈ ਜਪਜੀ ਸਾਹਿਬ ਦੀ ਗੱਲ ਕਰ ਰਿਹਾ ਹੋਏ, ਕੋਈ ਜਾਪ ਸਾਹਿਬ ਦੀ ਗੱਲ ਕਰ ਰਿਹਾ ਹੋਏ, ਜਾਂ ਕਹਿ ਲਓ ਕਿ ਕੋਈ ਵੀ ਗੁਰਬਾਣੀ ਦੀ ਗੱਲ ਦੇ ਆਧਾਰ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੋਏ ਨਾ, ਤੁਸੀਂ ਆਪ ਵੇਖ ਲੈਣਾ, ਉਹ ਫਟਾਫਟੀ ਜੀ ਇਹ ਤੇ ਉਹ ਕਰ ਰਹੇ ਨੇ ਜੀ ਜਪਜੀ ਸਾਹਿਬ ਦੀ ਗੱਲ, ਇਹਨੂੰ ਅੱਗੇ ਕਰੋ, ਇਹਦੇ ਗੁਰਬਾਣੀ ਦੇ ਵਿਚਾਰ ਕਰੇ ਜੀ, ਇਹਨੂੰ ਅੱਗੇ ਕਰੋ। ਕਿਉਂ? ਕਿਉਂਕਿ ਸਾਡਾ ਮਨ ਦਾ ਜਿਹੜਾ ਟੇਸਟ ਹੈ ਨਾ, ਉਹ ਟੇਸਟ ਹੀ ਕਿਤੇ ਕੀ ਬਣਾ ਦਿੱਤਾ ਜੀ, ਉਹਨੂੰ ਕੀ ਚੰਗਾ ਲੱਗਦਾ? ਵਿਵਾਦ, ਕੰਟਰੋਵਰਸੀ। ਉਹ ਅਜਿਹੀਆਂ ਵੀਡੀਓ ਦੇਖਣਾ ਚਾਹੁੰਦਾ। ਤੇ ਹੁਣ ਸੰਗਤ ਕਰਨ ਲਈ ਨਾ, ਸਿਰਫ ਇਹ ਨਾ ਸੋਚਿਓ ਕਿ ਸਰੀਰਕ ਤੌਰ ਤੇ ਅਸੀਂ ਕਿੱਥੇ ਜਾ ਕੇ ਬੈਠਾਂਗੇ ਕਿਸੇ ਨਾਲ, ਜਾਂ ਅਜਿਹੀ ਸਿਰਫ ਆਪਾਂ ਗੱਲ ਕਰ ਰਹੇ, ਕੋਈ ਅੱਜ ਦਾ ਜਿਹੜਾ ਜ਼ਮਾਨਾ ਹੈ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਤੇ ਇੱਥੇ ਹੁਣ ਸਾਨੂੰ ਕੀ ਸਮਝਣਾ ਹੈ ਕਿ ਅੱਜ ਅਸੀਂ ਘਰ ਬੈਠੇ ਹਾਂ ਨਾ, ਤੇ ਅੱਜ ਘਰ ਬੈਠੇ ਵੀ ਕਿਤੇ ਨਾ ਕਿਤੇ ਅਸੀਂ ਜਾਣੇ ਅਣਜਾਣੇ ਵਿੱਚ ਅਸੀਂ ਸੰਗਤ ਕਰ ਰਹੇ ਹਾਂ। ਹੁਣ ਇਸ ਫੈਸਲਾ ਅਸੀਂ ਲੈਣਾ ਹੈ ਗੁਰਬਾਣੀ ਦੇ ਆਧਾਰ ਤੇ, ਜੋ ਇਹ ਸ਼ਬਦ ਵਿਚਾਰਿਆ ਹੈ ਕਿ ਸਾਨੂੰ ਕਿਹੜੀ ਸੰਗਤ ਕਰਨੀ ਹੈ, ਕਿਹੜੀ ਵੀਡੀਓਜ਼ ਆਪਾਂ ਦੇਖਣੀ ਹੈ, ਔਰ ਕਿਹੜੀ ਵੀਡੀਓਜ਼ ਨੂੰ ਆਪਾਂ ਅਣਦੇਖਾ ਕਰਨਾ ਹੈ, ਉਹਨਾਂ ਨੂੰ ਨਹੀਂ ਦੇਖਣਾ, ਉਹਨਾਂ ਨੂੰ ਸੁਣ ਕੇ ਵੀ ਹਟਾ ਦੇਣਾ ਹੈ। ਕਹਿਣ ਤੋਂ ਭਾਵ ਹੈ ਕਿ ਗਲਤੀ ਨਾਲ ਅਗਰ 1 ਜਾਂ 2 ਸੈਕਿੰਡ ਜਾਂ 4 ਸੈਕਿੰਡ 5 ਸੈਕਿੰਡ 10 ਸੈਕਿੰਡ ਗਲਤੀ ਨਾਲ ਸੁਣੇ ਵੀ ਗਏ ਨਾ, ਤੇ ਉਸ ਨੂੰ ਆਪਾਂ ਅੱਗੇ ਸਕਿਪ ਕਰ ਦੇਣਾ ਜਾਂ ਅੱਗੇ ਲੰਘ ਜਾਣਾ। ਇਹੀ ਅੱਜ ਕੱਲ੍ਹ ਜਿਹੜੀ ਹੈ, ਕਿਉਂਕਿ ਜ਼ਿਆਦਾਤਰ ਸੰਗਤ ਇਹੀ ਹੋ ਰਹੀ ਹੈ। ਸਾਡੇ ਮੋਬਾਈਲ ਦੇ ਜ਼ਰੀਏ ਕਿੰਨੀ ਸੰਗਤ ਹੋ ਜਾਂਦੀ ਹੈ, ਸਾਨੂੰ ਆਪ ਹੀ ਨਹੀਂ ਪਤਾ ਲੱਗਦਾ ਦਿਨ ਭਰ 'ਚ ਆਪਾਂ ਕਿਹੜੇ ਦੀ ਆਪਾਂ ਸੰਗਤ ਕਰ ਲਈ ਹੈ। ਚੰਗੀ ਸੰਗਤ, ਮਾੜੀ ਸੰਗਤ ਜਿਹੜੀ ਹੈ ਨਾ, ਉਹ ਹੁਣ ਅੱਜ ਬਹੁਤ ਦੂਰ ਨਹੀਂ ਹੈ, ਉਹ ਸਾਡੇ ਹੱਥਾਂ ਵਿੱਚ ਹੀ ਪਈ ਹੈ। ਇਹ ਮੋਬਾਈਲ ਦੇ ਜ਼ਰੀਏ ਦੇਖੋ, ਸਾਰਾ ਕੁਝ ਇੱਥੇ ਹੀ ਪਤਾ ਲੱਗ ਜਾਂਦਾ ਹੈ ਨਾ। ਪੂਰੀ ਦੁਨੀਆ ਦਾ ਕਹਿ ਸਕਦੇ ਹਾਂ ਕਿ ਸਾਨੂੰ ਲੋਕਾਂ ਦਾ ਇੱਧਰੋਂ ਹੀ ਪਤਾ ਲੱਗ ਜਾਂਦਾ ਕਿ ਕੌਣ ਕੀ ਕਰ ਰਿਹਾ। ਹੁਣ ਫੈਸਲਾ ਸਾਡਾ ਹੈ ਨਾ ਕਿ ਅਸੀਂ ਕਿਸ ਪਾਸੇ ਜਾਣਾ, ਅਸੀਂ ਆਪਣਾ ਜੀਵਨ ਸੁਧਾਰਨਾ ਹੈ, ਤੇ ਉਹ ਬਾਣੀ ਤੋਂ ਵੱਡੀ ਪਾਵਰ ਕਿਸੇ ਹੋਰ ਵਿੱਚ ਨਹੀਂ ਹੈ। ਸਾਨੂੰ ਸਹਿਜ ਪਾਠ ਹੀ ਕਰਨਾ ਹੈ, ਅਰਥ ਦੇ ਨਾਲ ਕਰਨਾ ਹੈ, ਤੇ ਹੋਰ ਜਿੰਨੇ ਵੀ ਬੰਦੇ ਹੈ ਨਾ, ਕਿਉਂਕਿ ਇਸ ਤੋਂ ਵੱਡੀ ਗੱਲ ਹੋਰ ਕੌਣ ਕੀ ਕਰੇਗਾ, ਕੀ ਦੱਸੇਗਾ, ਕੀ ਗੱਲ ਉਹ ਕਰ ਲੇਗਾ, ਹੈ ਨਾ। ਤੇ ਇਸ ਲਈ ਆਪਾਂ ਕਿਹੜੀਆਂ ਗੱਲਾਂ ਸੁਣਨੀ ਹੈ, ਸਿਰਫ ਸੁਣ ਕੇ ਹੀ ਬਸ ਜੀ ਹਾਂਜੀ ਪਾਠ ਕਰਨਾ ਚਾਹੀਦਾ, ਪਾਠ ਸਾਨੂੰ ਪਤਾ ਤੇ ਹੈ, ਪਰ ਕਰਾਂਗੇ ਕਦੋਂ? ਇਸ ਨੂੰ ਹੁਣ ਆਪਾਂ ਪ੍ਰੈਕਟੀਕਲ ਲੈ ਕੇ ਆਈਏ, ਆਪਣੇ ਜੀਵਨ ਵਿੱਚ ਧਾਰੀਏ, ਤੇ ਗੁਣਾਂ ਦੇ ਧਾਰੇ ਹੋਈਏ, ਤੇ ਅਵਗੁਣਾਂ ਤੋਂ ਦੂਰ ਰਹੀਏ, ਅਜਿਹੇ ਬੰਦਿਆਂ ਤੋਂ ਦੂਰ ਰਹੀਏ
ਜਿਹੜੇ ਸਿਰਫ ਤੇ ਸਿਰਫ ਸਾਨੂੰ ਵਹਿਮਾਂ ਭਰਮਾਂ ਵਿੱਚ ਪਾਣਗੇ ਜਾਂ ਫਿਰ ਦੁਬਿਧਾ ਵਿੱਚ ਫਸਾਣਗੇ ਜਾਂ ਫਿਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਾਡਾ ਜਿਹੜਾ ਸਮਾਂ ਬਰਬਾਦ ਕਰਨਗੇ। ਅਜਿਹੇ ਮਨੁੱਖਾਂ ਤੋਂ ਤੇ ਬਿਲਕੁਲ ਹੀ ਕੋਈ ਵੀ ਤੁਹਾਡੇ ਸਾਹਮਣੇ ਵੀਡੀਓ ਆਂਦੀ ਹੈ ਤੇ ਬਿਲਕੁਲ ਸਿੱਧਾ ਸਿੱਧਾ ਇਗਨੋਰ ਕਰੋ, ਸਿੱਧਾ ਸਿੱਧਾ, ਕਿਉਂਕਿ ਇਹ ਤਰੀਕਾ ਹੀ ਇਹੀ ਹੈ। ਉਹੀ ਗੱਲ ਹੈ ਨਾ ਕਿ ਜਿਹੜੀ ਬਾਜ਼ਾਰ ਵਿੱਚ ਚੀਜ਼ ਵਿਕਦੀ ਹੈ, ਵੇਚੀ ਵੀ ਤੇ ਉਹੀ ਜਾਂਦੀ ਹੈ, ਬਣਾਈ ਵੀ ਤੇ ਉਹੀ ਜਾਂਦੀ ਹੈ। ਜੇ ਕੋਈ ਖਰੀਦਦਾਰ ਹੀ ਨਹੀਂ ਹੋਏਗਾ ਤੇ ਬਣਾਉਣ ਵਾਲਾ ਵੀ ਬੇਵਕੂਫ ਤੇ ਨਹੀਂ ਨਾ। ਪਰ ਕੀ ਕਰੀਏ, ਜਿਹੜੇ ਖਰੀਦਦਾਰ ਜੇ ਹੈਗੇ ਨੇ ਨਾ, ਜਿਨ੍ਹਾਂ ਨੂੰ ਵਿਵਾਦ ਹੀ ਪਸੰਦ ਹੈ, ਜਿਨ੍ਹਾਂ ਨੂੰ ਚਾਹੀਦੀਆਂ ਅਜਿਹੀ ਵੀਡੀਓ, ਇਸ ਲਈ ਅਜਿਹੀਆਂ ਬਣ ਰਹੀਆਂ। ਜਦ ਅਸੀਂ ਪੱਕੇ ਹੋ ਜਾਾਂਗੇ, ਤਕੜੇ ਹੋ ਜਾਾਂਗੇ, ਹਾਂਜੀ ਸਾਨੂੰ ਤੇ ਕੋਈ ਗੁਰਬਾਣੀ ਦੀ ਗੱਲ ਸੁਣਾਏ, ਕੋਈ ਚੰਗੀ ਗੱਲ ਸੁਣਾਏ ਤੇ ਅਸੀਂ ਸੁਣਾਂਗੇ। ਉਸ ਤੋਂ ਇਲਾਵਾ ਸਾਡਾ ਲੈਣਾ ਦੇਣਾ ਹੀ ਨਹੀਂ ਕਿਸੇ ਨਾਲ। ਫਿਰ ਆਪਣੇ ਆਪ ਦੂਸਰਾ ਬੰਦਾ ਵੀ ਮਿਹਨਤ ਕਰੇਗਾ, ਬਾਣੀ ਵਿੱਚ ਚੁੱਭੀ ਮਾਰੇਗਾ, ਕੋਈ ਖੋਜ ਕੇ ਕੋਈ ਸ਼ਬਦ ਲੈ ਕੇ ਆਏਗਾ, ਉਹਦੀ ਵਿਚਾਰ ਸੁਣਾਏਗਾ। ਪਰ ਸਾਨੂੰ ਸਾਡੀ ਮੰਗ ਹੀ ਨਹੀਂ, ਤੇ ਇਸ ਲਈ ਦੂਜਾ ਵੀ ਕਹਿੰਦਾ ਜੀ ਇਹਨਾਂ ਨੂੰ ਤਾਂ ਚਾਹੀਦਾ ਹੀ ਇਹੀ ਹੈ, ਇਹ ਸੁਣਾਈ ਜਾਏ। ਉਮੀਦ ਹੈ ਗੱਲ ਪਕੜ ਵਿੱਚ ਆਈ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ। ਅਗਲੇ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।